हम अवगुण परे एक गुण नाही। अमृत छाड़ बिखै बिख खाई। माया मोह परम पै भूले। सुत दारा स्यो प्रीत लगाई। एक उत्तम पंथ सुनियो गुर संगत। तेह मिलंत जम त्रास मटाई। इक अरदास पाठ कीरत की। गुर रामदास राखो सरनाई। सज्जन सच्चा पातशाहो सिर साहांदै साहो। जिस बस बैठिया सोहीए सबना दा विसाहो। सतनाम श्री वाहिगुरु साहिब जी। सोरठ महला पंजवा। अंतर की गत तुम ही जानी। तुझ ही पाहे नबेरो। बख्श लहो साहिब प्रभ अपने। लाख खते कर फेरो। अंतर की गत तुम ही जानी। तुझ ही पाहे नबेरो। बख्श लहो साहिब प्रभ अपने। लाख खते कर फेरो। प्रभ जी तू मेरो ठाकुर नेरो। हर चरण शरण मोह चेरो। रहाओ बेसुमार बेअंत सुवामी। ऊंचो गुणी गहेरो। काट सिलक कीनो अपनो दासरो। तो नानक कहा निहोरो। बेसुमार बेअंत सुवामी। ऊंचो गुणी गहेरो। काट सिलक कीनो अपनो दासरो। तो नानक कहा निहोरो। वाहिगुरु जी का खालसा वाहिगुरु जी की फतेह। परम सत्कारयोग गुरु रूप गुरु खालसा साध संगत जी। वाहिगुरु जी का खालसा वाहिगुरु जी की फतेह। सच्चे पातशाह जी ਦੀ महान कृपा ਦੇ ਨਾਲ ਦੀਨ ਦੁਨੀਆ ਦੇ ਮਾਲਕ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਿਨਾਂ ਦੇ ਚਰਨਾਂ ਕਮਲਾਂ ਵਿੱਚ ਆਪ ਗੁਰੂ ਕੀ ਸੰਗਤ ਨੂੰ ਬੈਠਣ ਦਾ ਸੁਭਾਗੀ ਸਮਾਂ ਪ੍ਰਾਪਤ ਹੋ ਰਿਹਾ ਹੈ। ਦੀਨ ਦੁਨੀਆ ਦੇ ਮਾਲਕ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਤਿਨਾਂ ਦੇ ਮੁਕੱਦਸ ਅਸਥਾਨ
ਜਿਸ ਬਾਰੇ ਗੁਰਬਾਣੀ ਵਿੱਚ ਲਿਖਿਆ ਏ, ਡਿਠੀ ਸਭੇ ਤਾਪ ਨਹੀਂ ਤੁਧ ਜੇਹਿਆ, ਬੱਧੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ। ਦੁਨੀਆ ਦੇ ਵਿੱਚ ਥਾਂ ਬੜੇ ਵੇਖੇ ਨੇ, ਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਰਗਾ ਦੁਨੀਆ ਵਿੱਚ ਥਾਂ ਕੋਈ ਨਹੀਂ ਵੇਖਿਆ, ਕਿਉਂਕਿ ਅਕਾਲ ਪੁਰਖ ਪਰਮੇਸ਼ਰ ਨੇ ਇਹ ਅਸਥਾਨ ਨੂੰ ਆਪ ਬੱਧਾ ਹੈ, ਆਪ ਇਸ ਅਸਥਾਨ ਦਾ ਟੱਪ ਲਾਇਆ ਹੈ, ਆਪ ਇਸ ਅਸਥਾਨ ਦੀ ਕਾਰ ਸੇਵਾ ਕਰਵਾਈ ਹੈ। ਬਖਸ਼ਿਸ਼ ਔਰ ਅਜ਼ਮਤ ਦਾ ਮੁਜੱਸਮਾ, ਰੂਹਾਨੀਅਤ ਦਾ ਸਾਗਰ ਔਰ ਸਿੱਖ ਜਗਤ ਦਾ ਮੱਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਆਪ ਗੁਰੂ ਕੇ ਸੰਗਤਾਂ ਦਰਸ਼ਨ ਦੀਦਾਰ ਕਰਕੇ ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ ਦੇ ਪਾਤਰ ਬਣਦੇ ਪਏ ਹੋ। ਹਰ ਰੋਜ਼ ਸੱਚੇ ਪਾਤਸ਼ਾਹ ਜੀ ਨਿਤ ਨਵਾਂ ਪੈਗਾਮ ਸਿੱਖ ਜਗਤ ਦੇ ਤਾਈਂ ਬਲਕਿ ਸਗਲੀ ਲੋਕਾਈ ਦੇ ਤਾਈਂ ਬਖਸ਼ਿਸ਼ ਕਰਕੇ ਨਿਹਾਲ ਕਰਤਾਰਥ ਕਰਦੇ ਹਨ, ਔਰ ਸਾਰਾ ਹੀ ਜਗਤ ਇਸ ਅਸਥਾਨ ਤੋਂ ਜੋ ਗੁਰਾਂ ਦਾ ਪੈਗਾਮ ਮਿਲਦਾ ਹੈ, ਉਸ ਪੈਗਾਮ ਦੇ ਨਾਲ ਆਪਣੀ ਜ਼ਿੰਦਗੀ ਨੂੰ ਰਚਨਾਉਂਦਾ ਹੈ। ਅੱਜ ਵੀ ਸੱਚੇ ਪਾਤਸ਼ਾਹ ਜੀ ਨੇ ਰੂਹਾਨੀ ਪੈਗਾਮ, ਰੂਹਾਨੀ ਮੁਖਵਾਕ, ਹੁਕਮਨਾਮਾ ਆਪ ਗੁਰੂ ਕੀ ਸੰਗਤ ਦੀ ਝੋਲੀ ਵਿੱਚ ਪਾਇਆ ਹੈ। ਅੱਜ ਦਾ ਮੁਖਵਾਕ ਬਿਨਾਂ ਬੇਨਤੀ ਦੇ ਨਾਲ ਭਰਿਆ ਹੋਇਆ ਹੈ। ਸੰਪਰਦਾਈ ਸਿੱਖ ਵਿਦਵਾਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿੰਨੇ ਵੀ ਸ਼ਬਦ ਆਏ ਨੇ, ਉਹਨਾਂ ਸ਼ਬਦਾਂ ਦੀ ਵੰਡ 7 ਭਾਗਾਂ ਵਿੱਚ ਕੀਤੀ ਹੋਈ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੁਝ ਸ਼ਬਦ ਐਸੇ ਆਏ ਨੇ ਜਿਹੜੇ ਭਗਤੀਵਾਦ ਦਾ ਉਪਦੇਸ਼ ਬਖਸ਼ਦੇ ਹਨ, ਕੁਝ ਸ਼ਬਦ ਐਸੇ ਨੇ ਜਿਹੜੇ ਗਿਆਨਵਾਦ ਵੱਲ ਇਸ਼ਾਰਾ ਕਰਦੇ ਹਨ, ਕੁਝ ਸ਼ਬਦਾਂ ਵਿੱਚ ਅਕਾਲ ਪੁਰਖ ਪਰਮੇਸ਼ਰ ਦੀ ਮਹਿਮਾ ਕੀਤੀ ਹੋਈ ਹੈ, ਔਰ ਕੁਝ ਸ਼ਬਦਾਂ ਦੇ ਵਿੱਚ ਅਕਾਲ ਪੁਰਖ ਪਰਮੇਸ਼ਰ ਦੇ ਅੱਗੇ ਸਿੱਖ ਨੇ ਬਿਨੇ ਕਿਵੇਂ ਕਰਨੀ ਹੈ, ਇਸ ਗੱਲ ਦਾ ਉਪਦੇਸ਼ ਮੇਰੇ ਪ੍ਰੀਤਮ ਸਤਿਗੁਰੂ ਜੀ ਨੇ ਬਖਸ਼ ਕਰਕੇ ਨਿਹਾਲ ਕਰਤਾਰਥ ਕੀਤਾ ਹੈ। ਸਿੱਖ ਜਗਤ ਦੇ ਵਿੱਚ ਗੁਰੂ ਖਾਲਸਾ ਜੀ ਕੋਈ ਵੀ ਕਾਰਜ ਆਰੰਭ ਵੀ ਅਰਦਾਸ ਤੋਂ ਹੁੰਦਾ ਏ, ਬਿਨੇ ਬੇਨਤੀ ਤੋਂ ਹੁੰਦਾ ਏ, ਔਰ ਸੰਪੂਰਨ ਵੀ ਗੁਰੂ ਖਾਲਸਾ ਜੀ ਬਿਨੇ ਬੇਨਤੀ ਤੋਂ ਹੁੰਦਾ ਹੈ। ਬਿਨਾਂ ਬੇਨਤੀ ਨੂੰ ਸਿੱਖ ਜਗਤ ਦੇ ਵਿੱਚ ਅਰਦਾਸ ਕਰਕੇ ਪੁਕਾਰਿਆ ਜਾਂਦਾ ਹੈ। ਇੱਥੋਂ ਤੱਕ ਗੁਰੂ ਖਾਲਸਾ ਜੀ ਸਿੱਖ ਜਗਤ ਦੇ ਵਿੱਚ ਇੱਕ ਸਿੱਖ ਦਾ ਜਨਮ ਵੀ ਅਰਦਾਸ ਤੋਂ ਹੈ, ਔਰ ਮਰਨ ਵੀ ਗੁਰੂ ਖਾਲਸਾ ਜੀ ਅਰਦਾਸ ਤੇ ਹੀ ਸੰਪੂਰਨ ਹੁੰਦਾ ਹੈ। ਕਿਸੇ ਦੇ ਘਰ ਦੇ ਵਿੱਚ ਕਾਕੇ ਨੇ ਜਨਮ ਲਿਆ ਹੋਵੇ, ਅਰਦਾਸ ਕਰੀਦੀ ਹੈ, ਮਹਾਰਾਜ ਸਾਹਿਬ ਜੀ ਕਾਕਾ ਬਖਸ਼ ਕਰਕੇ ਨਿਹਾਲ ਕਰਤਾਰਥ ਕੀਤਾ ਹੈ। ਸੰਸਾਰ ਦੇ ਵਿੱਚੋਂ ਕੋਈ ਸਿੱਖ ਅਲਵਿਦਾ ਕਹਿ ਕਰਕੇ ਕੂਚ ਕਰ ਜਾਵੇ, ਕੀਰਤਨ ਸੋਹਿਲੇ ਦਾ ਪਾਠ ਕਰਕੇ ਅਰਦਾਸ ਕੀਤੀ ਜਾਂਦੀ ਹੈ, ਸੱਚੇ ਪਾਤਸ਼ਾਹ ਜੀ ਤੇਰੇ ਹੁਕਮ ਨਾਲ ਆਇਆ, ਸਵਾਸਾਂ ਗਰਾਸਾਂ ਦੀ ਪੂੰਜੀ ਭੋਗ ਕਰਕੇ ਚਲਿਆ ਗਿਆ ਏ। ਇੱਥੋਂ ਤੱਕ ਬਾਣੀ ਵਿੱਚ ਲਿਖਿਆ ਏ, ਜੋ ਸੁਖ ਦੇਹ ਤਾ ਤੁਝੈ ਅਰਾਧੀ, ਦੁਖ ਭੀ ਤੁਝੈ ਧਿਆਈ, ਜੋ ਭੁੱਖ ਦੇ ਤਾਂ ਇਤਿ ਹੀ ਰਾਜਾ, ਦੁੱਖ ਵਿੱਚ ਸੂਖ ਮਨਾਈ। ਸਿੱਖ ਉੱਪਰ ਸੁਖੀ ਆਵੇ ਤਾਂ ਵੀ ਅਰਦਾਸ, ਸਿੱਖ ਉੱਪਰ ਦੁਖੀ ਵੇਲਾ ਆਵੇ ਤਾਂ ਵੀ ਅਰਦਾਸ। ਦੁੱਖ ਸੁੱਖ ਦੇ ਵਿੱਚ ਗੁਰੂ ਖਾਲਸਾ ਜੀ ਗੁਰਦੇਵ ਪਾਤਸ਼ਾਹ ਨੇ ਸਾਨੂੰ ਅਰਦਾਸ ਦੇ ਨਾਲ ਜੋੜਿਆ ਹੈ। ਅਰਦਾਸ ਦੇ ਲਫ਼ਜ਼ੀ ਮਾਅਨਿਆਂ ਵਿਦਵਾਨਾਂ ਨੇ ਅਰਜ਼ਦਾਸ਼ਤ ਕਰਕੇ ਵੀ ਕੀਤੇ ਹਨ, ਪਰ ਦਾਸ ਦੇ ਅਨੁਭਵ ਦੇ ਵਿੱਚ ਅਰਦਾਸ ਸ਼ਬਦ ਦੇ ਮਾਅਨੇ ਆਏ ਨੇ ਅਰਜ ਆਸ। ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੀਏ ਜਾਂ ਆਮ ਬੋਲੀ ਦੇ ਵਿੱਚ
ਆਪਾਂ ਗੁਰੂ ਖਾਲਸਾ ਜੀ ਕਾਗਜ਼ ਨੂੰ ਕਾਗਦ ਕਰਕੇ ਕਹਿ ਦਿੰਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਾਜੀਆ ਸ਼ਬਦ ਨੂੰ ਕਾਦੀਆ ਕਰਕੇ ਲਿਖਿਆ ਹੈ। ਵਕਤ ਨਾ ਪਾਇਓ ਕਾਦੀਆ, ਮੂਲ ਸ਼ਬਦ ਹੈ ਕਾਜ਼ੀਆ। ਜ਼ ਦੀ ਜਗ੍ਹਾ ਦੇ ਉੱਪਰ ਗੁਰੂ ਖਾਲਸਾ ਜੀ ਦੱਦੇ ਅੱਖਰ ਦੀ ਵਰਤੋਂ ਆਮ ਬੋਲੀ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਨੂੰ ਦੇਖਣ ਲਈ, ਪੜ੍ਹਨ ਲਈ, ਸੁਣਨ ਲਈ ਪ੍ਰਾਪਤ ਹੁੰਦੀ ਹੈ। ਸ਼ਬਦ ਹੈ ਗੁਰੂ ਖਾਲਸਾ ਜੀ ਅਰਜ਼। ਅਰਜ਼ ਦੀ ਜਗ੍ਹਾ ਦੇ ਉੱਪਰ ਸ਼ਬਦ ਆ ਗਿਆ ਅਰਧ, ਤੇ ਕੰਨੇ ਦੇ ਨਾਲ ਐੜਾ ਲੱਗ ਗਿਆ ਤੇ ਬਣ ਗਿਆ ਅਰਜ਼ ਆਸ। ਆਸ ਫਾਰਸੀ ਬੋਲੀ ਦੇ ਵਿੱਚ ਚੱਕੀ ਨੂੰ ਕਹਿੰਦੇ ਨੇ। ਬੰਦਾ ਜਦੋਂ ਦੁੱਖਾਂ ਦੀ ਚੱਕੀ ਦੇ ਵਿੱਚ ਪੀਸਦਾ ਏ ਨਾ, ਉਹਦੇ ਮੁਖ ਤੋਂ ਗੁਰੂ ਖਾਲਸਾ ਜੀ ਜਿਹੜੀ ਬਿਨੇ ਨਿਕਲਦੀ ਹੈ, ਜਿਹੜੀ ਅਰਜ਼ ਨਿਕਲਦੀ ਹੈ, ਜਿਹੜੀ ਪੁਕਾਰ ਨਿਕਲਦੀ ਹੈ, ਉਹਨੂੰ ਗੁਰੂ ਖਾਲਸਾ ਜੀ ਅਰਦਾਸ ਕਹਿੰਦੇ ਨੇ। ਕਿਹੜੀ ਅਰਦਾਸ ਰੱਬ ਦੇ ਦਾਰੇ ਉੱਪਰ ਪ੍ਰਵਾਨ ਹੁੰਦੀ ਹੈ ਤੇ ਕਿਹੜੀ ਅਰਦਾਸ ਗੁਰੂ ਖਾਲਸਾ ਜੀ ਪ੍ਰਵਾਨ ਨਹੀਂ ਹੁੰਦੀ। ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਵਿੱਚ ਲਿਖਿਆ ਏ, ਬਿਰਤੀ ਕਦੇ ਨਾ ਹੋਵਈ ਜਨ ਕੀ ਅਰਦਾਸ। ਮਨ ਵਿੱਚ ਜਨ ਭਾਵ ਹੈ, ਮਨ ਵਿੱਚ ਦਾਸ ਭਾਵ ਹੈ, ਮਨ ਵਿੱਚ ਸੇਵਕ ਭਾਵ ਹੈ। ਉਹ ਕੀਤੀ ਹੋਈ ਅਰਦਾਸ ਗੁਰੂ ਖਾਲਸਾ ਜੀ ਕਦੇ ਬਿਰਤੀ ਨਹੀਂ ਜੇ ਹੁੰਦੀ। ਰੱਬ ਦੇ ਦਾਰੇ ਉੱਪਰ ਪ੍ਰਵਾਨ ਹੁੰਦੀ ਹੈ, ਮਕਬੂਲ ਹੁੰਦੀ ਹੈ। ਮਨ ਵਿੱਚ ਰਤਾ ਕਹੌਮੈ, ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਦਾਰੇ ਉੱਪਰ ਉਹ ਅਰਦਾਸ ਪ੍ਰਵਾਨ ਨਹੀਂ ਜੇ ਚੜ੍ਹਦੀ। ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਮੇਰੇ ਬਾਜਾਂ ਵਾਲੇ, ਮੇਰੇ ਤਾਜਾਂ ਵਾਲੇ ਸਤਿਗੁਰੂ ਜੀ, ਪਾਮਟਾ ਸਾਹਿਬ ਦੀ ਧਰਤੀ ਉੱਪਰ ਵਿਰਾਜਮਾਨ ਨੇ। ਮਹਾਰਾਜ ਆਪਣੇ ਮਖਾਰ ਬਿੰਦ ਦੇ ਵਿੱਚੋਂ ਅਕਾਲ ਦੀ ਉਸਤਤ ਉਚਾਰ ਰਹੇ ਹਨ। ਮਹਾਰਾਜ ਦੇ ਹਜ਼ੂਰ ਗੁਰੂ ਖਾਲਸਾ ਜੀ ਦੋ ਸਿੱਖ ਚੱਲ ਕੇ ਆਏ ਨੇ। ਇੱਕ ਸਿੱਖ ਕਿਹੋ ਜਿਹਾ ਹੈ ਜਿਹੜਾ ਕੀੜੀ ਵਰਗਾ ਕਮਜ਼ੋਰ ਹੈ। ਗੁਰੂ ਖਾਲਸਾ ਜੀ ਨਾ ਧਨ ਪੱਲੇ ਹੈ, ਲੱਖ ਕੀ ਹੋਣਾ, ਕੱਖ ਵੀ ਪੱਲੇ ਨਹੀਂ ਕਿ ਗੁਰਾਂ ਦੇ ਚਰਨਾਂ ਵਿੱਚ ਕੱਖ ਹੀ ਅਰਪਣ ਕਰ ਦੇਵੇ। ਬੋਲ ਵੀ ਗੁਰੂ ਖਾਲਸਾ ਜੀ ਸਿੱਧਰੇ ਜੇ ਨਹੀਂ। ਗੁਰੂ ਦੇ ਅੱਗੇ ਕੋਈ ਮਿੱਠ ਬੋਲੜੀ ਪੁਕਾਰ ਕਰਨ ਜੋਗਾ ਵੀ ਨਹੀਂ ਹੈ, ਸਿੱਧਰੇ ਜੇ ਬੋਲ ਬੋਲਦਾ ਏ। ਇੱਕ ਪਾਸੇ ਗੁਰੂ ਖਾਲਸਾ ਜੀ ਧਨਵੰਤ ਸਿੱਖ ਚੱਲ ਕਰਕੇ ਆਇਆ ਏ। ਹਾਥੀ ਜਿੱਡਾ ਵਾਢੇ ਆਕਾਰ, ਧਨ ਦੇ ਗੱਡੇ ਲੱਦੇ ਹੋਏ ਨੇ, ਗੱਡੇ। ਸਤਿਗੁਰੂ ਸਾਹਿਬ ਜੀ ਦੇ ਕੋਲ ਆਇਆ ਤੇ ਮਿੱਠੇ ਮਿੱਠੇ ਬੋਲ ਬੋਲ ਕੇ ਮਹਾਰਾਜ ਦੇ ਚਰਨਾਂ ਵਿੱਚ ਪੁਕਾਰਾਂ ਕਰਦਾ ਪਿਆ ਏ। ਇੱਕ ਪਾਸੇ ਅਮੀਰ ਜਾਦਾ ਖਲੋਤਾ ਏ, ਇੱਕ ਪਾਸੇ ਗਰੀਬ ਜਾਦਾ ਖਲੋਤਾ ਏ। ਮਹਾਰਾਜ ਦੀ ਸਮਾਨ ਦ੍ਰਿਸ਼ਟੀ ਪੈਂਦੀ ਪਈ ਹੈ। ਜਿਹੜਾ ਕੀੜੀ ਜਿੱਡਾ ਏ ਨਾ, ਉਹਦਾ ਮਨ ਭਾਵਨਾ ਦੇ ਨਾਲ ਭਰਿਆ ਏ। ਮਹਾਰਾਜ ਤਨ ਵੀ ਤੇਰਾ, ਮਨ ਵੀ ਤੇਰਾ, ਮੈਂ ਤੇ ਕਾਸੇ ਜੋਗਾ ਨਾ ਹੋਇਆ। ਜਿਹੜਾ ਗੁਰੂ ਖਾਲਸਾ ਜੀ ਧਨਵੰਤ ਹੈ, ਉਹਦੇ ਮਨ ਵਿੱਚ ਇੰਨਾ ਕਹਿਆ ਹਉਮੈ ਕਿ ਗੁਰਾਂ ਦੇ ਚਰਨਾਂ ਵਿੱਚ ਮੈਂ ਧਨ ਦੇ ਭੰਡਾਰੇ ਲਿਆਇਆ ਏ, ਸੱਚੇ ਪਾਤਸ਼ਾਹ ਜੀ ਚੋਖੀ ਬਖਸ਼ਿਸ਼ ਕਰਨਗੇ। ਇੰਨੀ ਕਹੋ ਮੈਂ। ਦੋਨੋਂ ਹੀ ਹੱਥ ਜੋੜ ਕੇ ਖਲੋਤੇ ਨੇ। ਅਮੀਰ ਜ਼ਿਆਦਾ ਚਾਹੁੰਦਾ ਵੀ ਮਹਾਰਾਜ ਮੇਰੀ ਗੱਲ ਪਹਿਲੋਂ ਸੁਣ, ਮੇਰੇ ਵੱਲ ਤਵੱਜੋ ਦੇਣ, ਉੱਚਾ ਬੈਠਣ ਨੂੰ ਸਿੰਘਾਸਨ ਦੇਣ, ਖਾਣ ਵਾਸਤੇ ਸੋਹਣਾ ਭੋਜਨ ਅਰਪਣ ਕਰਨ। ਗਰੀਬ ਜ਼ਿਆਦਾ ਹੱਥ ਜੋੜ ਕੇ ਖਲੋਤਾ ਏ ਵੀ ਜਦੋਂ ਮਿਹਰ ਹੋ ਜੂ ਉਦੋਂ ਹੀ ਸਹੀ। ਮਹਾਰਾਜ ਦੇ ਚਰਨਾਂ ਵਿੱਚ ਖਲੋਣ ਦਾ ਮੌਕਾ ਅਵਸਰ ਤੇ ਪ੍ਰਾਪਤ ਹੋਇਆ ਹੀ ਹੈ ਨਾ। ਇੰਨੀ ਗੱਲ ਦਾ ਹੀ ਸ਼ੁਕਰ ਕਰੀ ਜਾਂਦਾ ਏ ਵੀ ਗੁਰੂ ਕਲਗੀਧਰ ਦੇ ਚਰਨਾਂ ਵਿੱਚ ਖਲੋਣ ਦਾ ਮੌਕਾ ਹੀ ਮਹਾਰਾਜ ਨੇ ਦਿੱਤਾ ਏ। ਮੈਂ ਇਸ ਗੱਲ ਦਾ ਦੇਣ ਨਹੀਂ ਦੇ ਸਕਦਾ। ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਗਰੀਬ ਵੱਲ ਇਸ਼ਾਰਾ ਕੀਤਾ। ਮਹਾਰਾਜ ਨੇ ਉਹਨੂੰ ਨਿਹਾਲੋ ਨਿਹਾਲ ਕੀਤਾ। ਫਿਰ ਮਹਾਰਾਜ ਨੇ ਅਮੀਰ ਜਾਦੇ ਦੀ ਗੱਲ ਸੁਣੀ, ਉਹਨੂੰ ਵੀ ਮਹਾਰਾਜ ਸਾਹਿਬ ਜੀ ਨੇ ਨਿਹਾਲੋ ਨਿਹਾਲ ਕੀਤਾ। ਪਾਸ ਖਲੋਤੇ ਮੇਵੜੇ ਅਰਦਾਸੀਏ ਸਿੱਖ ਨੇ ਆਖਿਆ, ਮਹਾਰਾਜ ਦੁਨੀਆ ਦਾ ਸੁਭਾਵ ਹੈ,
ਜੇ ਅਮੀਰ ਜ਼ਿਆਦਾ ਆਵੇ ਤੇ ਉਹਨੂੰ ਬਹਿਣ ਵਾਸਤੇ ਆਸਣ ਮਿਲਦਾ ਏ, ਉਹਨੂੰ ਪਹਿਲਾਂ ਥਾਂ ਮਿਲਦੀ ਏ, ਗਰੀਬ ਦੂਜੀ ਕਤਾਰ ਵਿੱਚ ਚੱਲ ਕੇ ਆਉਂਦਾ ਏ। ਇਹ ਆਮ ਧਾਰਮਿਕ ਤੇ ਸੰਸਾਰੀ ਦਰਬਾਰਾਂ ਦੀ ਮਰਜ਼ਾਦਾ ਏ। ਮਹਾਰਾਜ ਤੁਹਾਡਾ ਦਰਬਾਰ ਅਨੋਖਾ ਵੇਖਿਆ ਹੈ। ਇੱਥੇ ਮਹਾਰਾਜ ਕਮਜ਼ੋਰਾਂ ਨੂੰ ਪਹਿਲ, ਧਨਵੰਤਾਂ ਨੂੰ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਦੂਜੀ ਕਤਾਰ ਵਿੱਚ ਕਰ ਦਿੱਤਾ ਏ। ਮਹਾਰਾਜ ਮੁਸਕਰਾਏ। ਅਕਾਲ ਦੀ ਉਸਤਤ ਵਿੱਚ ਮਹਾਰਾਜ ਦੇ ਬਚਨ ਨੇ। ਮਹਾਰਾਜ ਨੇ ਲਿਖਿਆ, ਹਾਥੀ ਕੀ ਪੁਕਾਰ ਪਲ ਪਾਛੇ ਪਹੁੰਚਤ ਤਾਏ, ਚੀਟੀ ਕੀ ਚਿੰਗਾਰ ਪਹਿਲੇ ਹੀ ਸੁਨੀਅਤ ਹੈ। ਇਹ ਸਾਡੇ ਦਰਬਾਰ ਦੀ ਮਰਜ਼ਾਦਾ ਨਹੀਂ, ਇਹ ਅਕਾਲ ਦੇ ਦਰਬਾਰ ਦੀ ਮਰਜ਼ਾਦਾ ਏ। ਉਹ ਕਮਜ਼ੋਰਾਂ ਦੀ ਪਹਿਲਾਂ ਸੁਣਦਾ ਏ, ਧਨਵੰਤਾਂ ਨੂੰ ਦੂਜੀ ਲਾਈਨ ਵਿੱਚ ਕਰ ਦਿੰਦਾ ਏ। ਭਾਵਨਾ ਵਾਲਿਆਂ ਦਾ ਮੁੱਲ ਪੈਂਦਾ ਏ। ਬੇਭਾਵਨਾ ਵਾਲੇ ਭਾਵੇਂ ਧਨ ਦੇ ਗੱਡੇ ਲੱਦੀ ਫਿਰਨ, ਉਹਨਾਂ ਦਾ ਮੁੱਲ ਰੱਬ ਦੇ ਦਰਬਾਰ ਵਿੱਚ ਨਹੀਂ ਪੈਂਦਾ। ਗੁਰੂ ਖਾਲਸਾ ਜੀ ਸੱਚੇ ਪਾਤਸ਼ਾਹ ਜੀ ਨੇ ਆਪਣੀ ਬਾਣੀ ਵਿੱਚ ਬਾਰ-ਬਾਰ ਕਿਹਾ ਹੈ, ਇੱਕ ਭਾਵਨਾ ਬਹੀਨ ਦੀਨ ਕੈਸੇ ਕਹਿ ਤਰਤ ਹੈ। ਇੱਕ ਭਾਵਨਾ ਤੋਂ ਬਿਨਾਂ ਗੁਰੂ ਖਾਲਸਾ ਜੀ ਰੱਬ ਦੇ ਦਰਬਾਰ ਦੇ ਵਿੱਚ ਪਹੁੰਚਿਆ ਨਹੀਂ ਜਾ ਸਕਦਾ। ਰੱਬ ਦੇ ਦਰਬਾਰ ਦੇ ਵਿੱਚ ਤੁਹਾਡੀ ਬਿਨੇ ਬੇਨਤੀ ਪ੍ਰਵਾਨ ਨਹੀਂ ਚੜ੍ਹੇਗੀ। ਗੁਰੂ ਖਾਲਸਾ ਜੀ ਜਿਹੜਾ ਜਨ ਬਣ ਕੇ ਭਾਵਨਾ ਨਾਲ ਗੁਰੂ ਚਰਨਾਂ ਵਿੱਚ ਅਰਦਾਸ ਬਿਨੇ ਬੇਨਤੀ ਕਰਦਾ ਹੈ, ਗੁਰੂ ਚਰਨਾਂ ਵਿੱਚ ਉਹ ਅਰਦਾਸ ਉਹ ਬਿਨੇ ਬੇਨਤੀ ਪ੍ਰਵਾਨ ਚੜ੍ਹਦੀ ਹੈ। ਅੱਜ ਵੀ ਮਹਾਰਾਜ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਪਏ ਹਨ। ਗੁਰੂ ਖਾਲਸਾ ਜੀ ਕਿਵੇਂ ਅਰਦਾਸ ਕਰਨੀ ਹੈ, ਕਿਵੇਂ ਲੰਮੇ ਪੈ ਪੈ ਡੰਡੌਤ ਕਰ ਕਰਕੇ ਆਪਣੇ ਗੁਰਦੇਵ ਦੀ ਪ੍ਰਸੰਨਤਾ ਲੈਣੀ ਹੈ, ਉਹ ਕਿਹੜਾ ਢੰਗ ਹੈ, ਉਹ ਕਿਹੜੀ ਮਰਜ਼ਾਦਾ ਹੈ, ਉਹ ਕਿਹੜੇ ਬੋਲ ਨੇ ਜਿਨ੍ਹਾਂ ਬੋਲਾਂ ਨਾਲ ਅਰਦਾਸ ਕਰੀਏ ਤੇ ਰੱਬ ਦੀ ਦਰਗਾਹ ਦੇ ਵਿੱਚ ਪ੍ਰਵਾਨ ਚੜ੍ਹ ਜਾਈਏ, ਬਾਬੇ ਨਾਨਕ ਦੇ ਘਰ ਦੇ ਵਿੱਚ ਪ੍ਰਵਾਨ ਨੀਕ ਹੋ ਜਾਈਏ, ਗੁਰੂ ਰਾਮਦਾਸ ਸਾਹਿਬ ਜੀ ਆਪਣੇ ਚਰਨਾਂ ਵਿੱਚ ਤੁਹਾਨੂੰ ਮਕਬੂਲ ਕਰ ਲੈਣ। ਉਹ ਕਿਹੜਾ ਢੰਗ ਹੈ। ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਿਰਪਾ ਕਰਕੇ ਉਹ ਢੰਗ ਸਮਝਾਉਂਦੇ ਪਏ ਨੇ। ਮਨ ਦੇ ਵਿਰਤਿਆਂ ਨੂੰ ਇਕਾਗਰ ਕਰਨ ਹੇਤ ਉਚਾਰਨ ਕਰੋ, ਰਸਨਾ ਨੂੰ ਪਾਵਨ ਕਰਨ ਹੇਤ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਸਤਨਾਮ ਸ਼੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਅੰਤਰ ਕੀ ਗਤ ਤੁਮ ਹੀ ਜਾਨੀ, ਤੁਝ ਹੀ ਪਾਹੇ ਨਬੇਰੋ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਐ ਗੁਰੂ ਕਿਆ ਸਿੱਖਾ ਦਵੇਂ ਹੱਥ ਜੋੜ, ਆਪਣੇ ਗਲ ਵਿੱਚ ਪੱਲਾ ਪਾ, ਆਪਣੀ ਨਿਗਾਹ ਨੂੰ ਆਪਣੀ ਬੁੱਧੀ ਨੂੰ ਨੀਵਿਆਂ ਕਰ, ਗੁਰੂ ਚਰਨਾਂ ਵਿੱਚ ਬੇਨਤੀ ਕਰ, ਐ ਗੁਰਦੇਵ ਪਾਤਸ਼ਾਹ ਜੀ ਮੇਰੀ ਅੰਦਰ ਦੀ ਅਵਸਥਾ ਨੂੰ ਤੁਸਾਂ ਨੇ ਬੁੱਝਿਆ ਹੈ। ਮੇਰੇ ਮਨ ਵਿੱਚ ਕੀ ਕੁਝ ਚੱਲਦਾ ਹੈ ਇਹ ਤੁਸੀਂ ਜਾਣਦੇ ਹੋ। ਮੇਰੇ ਮਨ ਦੀਆਂ ਚੰਗਿਆਈਆਂ ਨੂੰ ਵੀ, ਮੇਰੇ ਮਨ ਦੀਆਂ ਬੁਰਾਈਆਂ ਨੂੰ ਵੀ। ਫਿਰ ਮੇਰੇ ਮਨ ਵਿੱਚ ਤੁਹਾਡੇ ਪ੍ਰਤੀ ਕਿੰਨਾ ਕੁ ਪਿਆਰ ਹੈ ਮੈਂ ਕਹਿ ਕੇ ਨਹੀਂ ਦੱਸ ਸਕਦਾ, ਤੁਸੀਂ ਜਾਣਦੇ ਹੋ। ਤੁਹਾਡੇ ਵਿਛੋੜੇ ਵਿੱਚ ਹੀ ਮੈਂ ਕਿੰਨਾ ਤਰਲੋ ਮੱਛੀ ਹੁੰਦਾ ਪਿਆ ਹੈ, ਤੁਸੀਂ ਜਾਣਦੇ ਹੋ। ਮੇਰੇ ਅੰਦਰ ਦੀ ਅਵਸਥਾ ਨੂੰ ਤੁਸਾਂ ਨੇ ਬੁੱਝਿਆ ਏ ਤੇ ਮੈਨੂੰ ਵੀ ਇਸ ਗੱਲ ਦਾ ਯਕੀਨ ਹੈ ਕਿ ਤੁਹਾਡੇ ਚਰਨਾਂ ਦੇ ਕੋਲੋਂ ਹੀ ਮੇਰਾ ਹੁਣ ਜਨਮ ਮਰਨ ਦਾ ਨਿਬੇੜਾ ਹੋਣਾ ਹੈ। ਗੁਰੂ ਖਾਲਸਾ ਜੀ ਇਹਨੂੰ ਕਹਿੰਦੇ ਆ ਜੀ ਤਾਣੇ ਪੇਟੇ ਵਾਲਾ ਸੰਬੰਧ। ਬੀਬੀਆਂ ਮੰਜਾ ਹੁੰਦੀਆਂ ਨੇ ਨਾ, ਇੱਕ ਪਾਸੇ ਤਾਣਾ ਇੱਕ ਪਾਸੇ ਪੇਟਾ। ਗੁਰੂ ਵੀ ਸਿੱਖ ਦੇ ਮਨ ਦੀ ਅਵਸਥਾ ਨੂੰ ਜਾਣਦਾ ਹੋਵੇ,
ਸਿੱਖ ਨੂੰ ਆਪਣੇ ਗੁਰੂ ਉੱਪਰ ਭਰੋਸਾ ਹੋਵੇ। ਗੁਰੂ ਖਾਲਸਾ ਜੀ ਇਹ ਸਬੰਧ ਗੁਰੂ ਅਤੇ ਸੇਵਕ ਦਾ ਬਣੇ, ਰੱਬ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਈਦਾ ਹੈ। ਜਿੰਨਾ ਚਿਰ ਗੁਰੂ ਖਾਲਸਾ ਜੀ ਗੁਰੂ ਤੇ ਹੀ ਅਟਲ ਭਰੋਸਾ ਨਹੀਂ, ਗੁਰੂ ਤੇ ਹੀ ਸ਼ਰਧਾ ਵਿਸ਼ਵਾਸ ਨਹੀਂ। ਕਈ ਕਹਿੰਦੇ ਆ ਜੀ ਸਾਡੇ ਮਨ ਵਿੱਚ ਬੜੀ ਸ਼ਰਧਾ ਹੈ, ਜੇ ਗੁਰੂ ਦੀ ਗਾਦੇ ਉੱਪਰ ਆਪਾਂ ਕਿੰਤੂ ਕਰਨਾ ਹੈ, ਮਨ ਵਿੱਚ ਸ਼ਰਧਾ ਤੇ ਵਿਸ਼ਵਾਸ ਕਾਹਦਾ ਹੈ। ਵਿਦਵਾਨਾਂ ਨੇ ਸ਼ਰਧਾ ਦੀ ਪਰਿਭਾਸ਼ਾ ਦਿੱਤੀ ਹੈ, ਗੁਰੂ ਵਾਕ ਸਤ ਹੈ, ਸ਼ਰਧਾ ਅਸ ਵਿਸ਼ਵਾਸ। ਗੁਰੂ ਨੇ ਆਪਣੇ ਮੁਖ ਤੋਂ ਜੋ ਬੋਲ ਦਿੱਤਾ ਉਹ ਸਤ ਹੈ, ਸਾਡੇ ਲਈ ਉਹ ਪੱਥਰੇ ਉੱਪਰ ਲਕੀਰ ਹੈ। ਜੋ ਗੁਰੂ ਨੇ ਸਾਨੂੰ ਹੁਕਮ ਦੇ ਦਿੱਤਾ ਹੈ, ਹੁਕਮ ਤੋਂ ਅੱਗੇ ਉਜਾੜ ਹੈ। ਗੁਰੂ ਖਾਲਸਾ ਜੀ ਐਸੀ ਭਾਵਨਾ ਦਾ ਨਾਮ ਹੈ ਸ਼ਰਧਾ, ਐਸੀ ਭਾਵਨਾ ਦਾ ਨਾਮ ਹੈ ਵਿਸ਼ਵਾਸ। ਸਿੱਖ ਹੱਥ ਜੋੜ ਕੇ ਆਖੇ, ਮਹਾਰਾਜ ਮੇਰੇ ਅੰਦਰ ਨੂੰ ਤੁਸੀਂ ਜਾਣਦੇ ਹੋ, ਮੈਨੂੰ ਯਕੀਨ ਹੈ ਕਿ ਤੁਸੀਂ ਮੇਰੀ ਕਲਿਆਣ ਕਰੋਗੇ। ਮਹਾਰਾਜ ਮੈਂ ਘਰ ਬੜੇ ਫਿਰ ਕੇ ਵੇਖੇ ਨੇ, ਬੜੇ ਦੇਵੀ ਦੇਵਤੇ ਵੇਖੇ ਨੇ, ਬੜੇ ਪੀਰ ਫਕੀਰ ਵੇਖੇ ਨੇ, ਕੁਝ ਤੇ ਇਹੋ ਜਿਹੇ ਸਨ ਜਿਹੜੇ ਮੁਕਤੀ ਦੇ ਵੇਲੇ ਬਾਹਾਂ ਖੜੀਆਂ ਕਰ ਗਏ, ਜਿਨ੍ਹਾਂ ਦੇ ਬਾਰੇ ਮਹਾਰਾਜ ਨੇ ਪਾਵਨ ਬਾਣੀ 'ਚ ਲਿਖਿਆ, ਤੁਮ ਕਹੀਅਤ ਹੀ ਆਦ ਭਵਾਨੀ, ਮੁਕਤ ਕੀ ਬਰੀਆ ਕਹਾ ਛਪਾਨੀ। ਗੁਰੂ ਖਾਲਸਾ ਜੀ ਪਾਰਬਤੀ ਜੀ ਉਹਨਾਂ ਦੇ ਸੇਵਕ, ਉਹਨਾਂ ਨੂੰ ਭਵਾਨੀ ਕਹਿੰਦੇ ਨੇ। ਮੁਕਤੀ ਦੇ ਵੇਲੇ ਗੁਰੂ ਖਾਲਸਾ ਜੀ ਉਹਨਾਂ ਨੇ ਆ ਸਮਰੱਥਾ ਜਿਤਾ ਦਿੱਤੀ। ਕੁਝ ਦੇਵਤੇ ਇਹੋ ਜਿਹੇ ਹੋਏ ਨੇ ਜਿਨ੍ਹਾਂ ਉੱਪਰ ਮੇਰਾ ਅਟਲ ਵਿਸ਼ਵਾਸ ਹੀ ਨਹੀਂ ਬਣਿਆ। ਐ ਗੁਰਦੇਵ ਪਾਤਸ਼ਾਹ ਤੁਸੀਂ ਮੁਕਤ ਕਰਨ ਵਿੱਚ ਸਮਰੱਥ ਹੋ, ਮੇਰਾ ਜਨਮ ਮਰਨ ਕੱਟਣ ਵਿੱਚ ਪੂਰੇ ਸੂਰੇ ਹੋ। ਸੱਚੇ ਪਾਤਸ਼ਾਹ ਜੀ ਮੇਰੇ ਮਨ ਵਿੱਚ ਤੁਹਾਡੇ ਉੱਪਰ ਅਟਲ ਵਿਸ਼ਵਾਸ ਵੀ ਹੈ, ਮੈਂ ਤੁਹਾਡਾ ਅਨੰਨ ਸੇਵਕ ਹਾਂ। ਗੁਰਬਾਣੀ ਵਿੱਚ ਲਿਖਿਆ, ਦਾਸ ਅਨੰਨ ਮੇਰੋ ਨਿਜ ਰੂਪ। ਗੁਰੂ ਖਾਲਸਾ ਜੀ ਜਿਹੜਾ ਅਨੰਨ ਭਗਤ ਹੁੰਦਾ ਏ, ਅਨੰਨ ਦਾਸ ਹੁੰਦਾ ਏ, ਗੁਰਦੇਵ ਪਾਤਸ਼ਾਹ ਜੀ ਕਹਿੰਦੇ ਉਹ ਮੇਰਾ ਹੀ ਰੂਪ ਹੈ। ਅਨੰਨ ਦੇ ਅਰਥ ਵਿਦਵਾਨਾਂ ਨੇ ਕੀਤੇ ਨੇ, ਅਨ ਅੰਨਿਆ, ਅੰਨਿਆ ਕਹਿੰਦੇ ਨੇ ਹੋਰ ਨੂੰ, ਅੰਨ ਕਹਿੰਦੇ ਨੇ ਛੱਡ ਕੇ ਆਪਣੇ ਗੁਰਦੇਵ ਦੇ ਉੱਪਰ ਭਰੋਸਾ ਹੋਣਾ। ਇਹ ਨਹੀਂ ਵੀ ਜੇ ਪਹਾੜਾਂ ਵਾਲਾ ਬਾਬਾ ਮਿਲਿਆ ਤੇ ਉਧਰ ਨੂੰ ਚਲੇ ਗਏ, ਜੇ ਸਮੁੰਦਰਾਂ ਵਾਲਾ ਬਾਬਾ ਮਿਲਿਆ ਤੇ ਉਧਰ ਨੂੰ ਚਲੇ ਗਏ। ਸਾਰਿਆਂ ਨੂੰ ਛੱਡ ਕਰਕੇ ਆਪਣੇ ਗੁਰੂ ਉੱਪਰ ਅਟਲ ਵਿਸ਼ਵਾਸ, ਉਹਨੂੰ ਗੁਰੂ ਖਾਲਸਾ ਜੀ ਅਨੰਨ ਭਗਤ ਕਹਿੰਦੇ ਨੇ। ਅਨੰਨ ਭਗਤ ਕਿਹੋ ਜਿਹਾ ਹੈ? ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਪੁੱਛੋ। ਮਹਾਰਾਜ ਸਾਹਿਬ ਜੀ ਕਹਿੰਦੇ, ਪਾਏ ਗਏ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ, ਏਕ ਨਾ ਮਾਨਿਓ। ਸੱਚੇ ਪਾਤਸ਼ਾਹ ਜਦੋਂ ਦੇ ਤੇਰੇ ਚਰਨ ਪਕੜ ਲਏ ਨੇ, ਮੈਂ ਕਿਸੇ ਨੂੰ ਆਪਣੀ ਨਿਗਾਹ ਹੇਠਾਂ ਨਹੀਂ ਲਿਆਂਦਾ। ਦੁਨੀਆ ਦੇ ਤਾਲੇ ਉੱਪਰ ਹਿੰਦੂ ਧਰਮ ਦੇ ਪੰਡਤਾਂ ਨੇ ਮੈਨੂੰ ਪੁਰਾਣਾਂ ਦੇ ਇਤਿਹਾਸ ਸੁਣਾਏ, ਵੇਦਾਂ ਦੇ ਸਿਧਾਂਤ ਸੁਣਾਏ। ਹਾਫਿਜ਼ ਲੋਕਾਂ ਨੇ ਮੈਨੂੰ ਪਾਕੇ ਕੁਰਾਨ ਸੁਣਾਈ। ਅਨੇਕਾਂ ਤਰ੍ਹਾਂ ਦੇ ਧਾਰਮਿਕ ਗ੍ਰੰਥ ਅਤੇ ਉਹਨਾਂ ਦੇ ਮਤ ਮੈਂ ਸੁਣੇ, ਪਰ ਜਦੋਂ ਦੀ ਤੇਰੇ ਨਾਲ ਲੱਗ ਗਈ ਹੈ ਨਾ, ਸਭ ਕੁਝ ਤੇਰੇ ਸਾਹਮਣੇ ਮੈਨੂੰ ਫਿੱਕਾ ਫਿੱਕਾ ਲੱਗਦਾ ਹੈ। ਤੇਰੇ ਚਰਨਾਂ ਤੋਂ ਵਧੇਕ ਕੋਈ ਨਹੀਂ। ਸਿੱਖ ਦੀ ਅਰਦਾਸ, ਸਿੱਖ ਦੀ ਭਾਵਨਾ ਇਹ ਹੋਵੇ, ਮੈਨੂੰ ਤੇਰੇ ਉੱਪਰ ਅਟਲ ਵਿਸ਼ਵਾਸ ਹੈ, ਤੂੰ ਮੇਰਾ ਲੋਕ ਤੇ ਪਰਲੋਕ ਸਵਾਰੇਂਗਾ, ਤੂੰ ਮੇਰੀ ਅੰਦਰ ਦੀ ਵੇਦਨਾ ਨੂੰ ਜਾਣਦਾ ਹੈ। ਬਖਸ਼ ਲਹੋ ਸਾਹਿਬ ਪ੍ਰਭ ਆਪਣੇ, ਲਾਖ ਖਤੇ ਕਰ ਫੇਰੋ। ਹੱਥ ਜੋੜ ਕੇ ਬੇਨਤੀ ਕਰੀਏ, ਮਹਾਰਾਜ ਬਖਸ਼ ਲਵੋ। हे ਸਾਹਿਬ ਜੀ, हे ਪ੍ਰਭੂ ਜੀ, ਆਪਣੇ ਬਣਾ ਕਰਕੇ ਬਖਸ਼ ਲਵੋ। ਅਸੀਂ ਲੱਖਾਂ ਹੀ ਖਤੇ ਕਰਦੇ, ਗੁਨਾਹ ਕਰਦੇ ਤੁਰੇ ਫਿਰਦੇ ਹਾਂ, ਆਪ ਜੀ ਕਿਰਪਾ ਕਰਕੇ ਬਖਸ਼ ਲਵੋ। ਗੁਰੂ ਖਾਲਸਾ ਜੀ ਗੁਰਬਾਣੀ ਦੇ ਵਿੱਚ ਬੱਬਾ, ਖੱਖਾ ਤੇ ਸੱਸੇ ਨੂੰ ਸਿਹਾਰੀ
ਬਖਸ਼ ਕਰਕੇ ਲਿਖਿਆ ਹੈ। ਬਖਸ਼ ਗੁਰੂ ਖਾਲਸਾ ਜੀ ਬਖਸ਼ਿਸ਼ ਦਾ ਛੋਟਾ ਰੂਪ ਹੈ। ਬਖਸ਼ ਸ਼ਬਦ ਫਾਰਸੀ ਬੋਲੀ ਦਾ ਏ। ਗੁਰਬਾਣੀ ਦੇ ਵਿੱਚ ਗੁਰੂ ਖਾਲਸਾ ਜੀ ਕਈ ਥਾਈਂ ਬਖਸ਼ਿਸ਼ ਸੰਪੂਰਨ ਰੂਪ ਵਿੱਚ ਲਿਖਿਆ ਆਇਆ ਹੈ ਔਰ ਕਈ ਥਾਵਾਂ ਤੇ ਬਖਸ਼ਿਸ਼ ਦਾ ਛੋਟਾ ਰੂਪ ਸੰਖੇਪ ਰੂਪ ਬਖਸ਼ ਕਰਕੇ ਲਿਖਿਆ ਹੈ। ਇਹ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਕੇ ਬਖਸ਼ ਲੈਣਾ ਕਰੋ। ਅਸੀਂ ਲੱਖਾਂ ਹੀ ਖਤੇ ਕਰਦੇ ਹਾਂ। ਖਤੇ ਗੁਰੂ ਖਾਲਸਾ ਜੀ ਗੁਨਾਹਾਂ ਨੂੰ ਕਹਿੰਦੇ ਨੇ। ਗੁਨਾਹ ਕਰਦੇ ਫਿਰਦੇ ਆਂ, ਪੈਰ ਪੈਰ ਤੇ ਗੁਨਾਹ ਕਰਦੇ ਆਂ, ਰੋਜੀ ਰੋਟੀ ਬਦਲੇ ਗੁਨਾਹ ਕਰਦੇ ਆਂ। ਆਪ ਜੀ ਕਿਰਪਾ ਕਰਕੇ ਬਖਸ਼ ਲਵੋ। ਗੁਰੂ ਖਾਲਸਾ ਜੀ 100 ਦੇ ਵਿੱਚੋਂ 99% ਦੁਨੀਆ ਦੇ ਤਾਲੇ ਉੱਪਰ ਰੋਟੀ ਲਈ ਗੁਰੂ ਖਾਲਸਾ ਜੀ ਪਾਪ ਹੋ ਰਹੇ ਨੇ। ਰੋਟੀ ਵਾਸਤੇ ਨੀਚ ਕਰਮ ਹੋ ਰਹੇ ਨੇ, ਗੁਨਾਹ ਹੋ ਰਹੇ ਨੇ, ਉਪਦਰਵ ਹੋ ਰਹੇ ਨੇ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਨੇ ਇੱਕ ਬੜਾ ਸੋਹਣਾ ਸ਼ੇਅਰ ਲਿਖਿਆ ਹੈ। ਭਾਈ ਸਾਹਿਬ ਜੀ ਲਿਖਦੇ ਨੇ, ਬਰਾਏ ਗਿਰਦਾਏ ਨਾਨ ਗਿਰਦ ਹਰ ਦੂਨਾ ਚੇਮੇ ਗਰਦੀ ਤਮਾ ਦੀਦੀ ਕੇ ਆਦਮ ਰਾ ਅਸੀਰੇ ਦਾਨਾ ਮੇ ਸਾਜ਼ਦ। ਭਾਈ ਨੰਦ ਲਾਲ ਸਾਹਿਬ ਜੀ ਲਿਖਦੇ ਨੇ, ਬੰਦਿਆਂ ਇੱਕ ਰੋਟੀ ਦੇ ਟੁਕੜੇ ਬਦਲੇ ਤੂੰ ਨੀਚ ਬੰਦਿਆਂ ਦੇ ਅੱਗੇ ਪਿੱਛੇ ਭੌਂਦਾ ਫਿਰਦਾ ਏ, ਨੀਚ ਕਰਮ ਕਰਦਾ ਫਿਰਦਾ ਏ। ਵੇਖ ਬਾਬਾ ਆਦਮ ਹੋਇਆ ਏ, ਉਹਨੇ ਇੱਕੋ ਹੀ ਦਾਣਾ ਕਣਕ ਦਾ ਖਾਧਾ ਔਰ ਇੱਕ ਕਣਕ ਦੇ ਦਾਣੇ ਨੇ ਉਹਨੂੰ ਬਹਿਸ਼ਤਾਂ ਵਿੱਚੋਂ ਇਸ ਸੰਸਾਰ ਦੇ ਉੱਪਰ ਭੇਜ ਦਿੱਤਾ। ਗੁਰੂ ਖਾਲਸਾ ਜੀ ਇਸਲਾਮੀ ਗ੍ਰੰਥਾਂ ਵਿੱਚ ਇਹ ਕਥਾ ਪ੍ਰਚਲਿਤ ਹੈ। ਬਾਈਬਲ ਦੇ ਵਿੱਚ ਵੀ ਲਿਖੀ ਮਿਲਦੀ ਹੈ। ਕਹਿੰਦੇ ਇੱਕ ਬਾਬਾ ਆਦਮ ਹੋਇਆ ਹੈ। ਬਾਬੇ ਆਦਮ ਨੂੰ ਖੁਦਾ ਨੇ ਪ੍ਰਗਟ ਕੀਤਾ, ਕਿਹਾ ਤੂੰ ਬਹਿਸ਼ਤ ਵਿੱਚ ਰਹੋ, ਇੱਥੇ ਰਹਿ ਕਰਕੇ ਆਪਣੇ ਜੀਵਨ ਨੂੰ ਗੁਜ਼ਾਰ। ਬਾਬਾ ਆਦਮ ਤੇ ਬੀਬੀ ਹਵਾ ਇਹ ਇੱਕ ਜੋੜਾ ਬਹਿਸ਼ਤਾਂ ਵਿੱਚ ਰਹਿੰਦੇ ਨੇ, ਪ੍ਰਭੂ ਦੀ ਇਬਾਦਤ ਕਰਦੇ ਨੇ, ਖੁਦਾ ਪਰਵਦਗਾਰ ਨੂੰ ਧਿਆਉਂਦੇ ਨੇ ਔਰ ਆਨੰਦ ਮਾਣਦੇ ਨੇ। ਖੁਦਾ ਨੇ ਇਹਨਾਂ ਦੇ ਅੱਗੇ ਇੱਕ ਸ਼ਰਤ ਰੱਖੀ, ਜੇ ਤੁਸਾਂ ਨੇ ਬਹਿਸ਼ਤ ਵਿੱਚ ਰਹਿਣਾ ਹੈ, ਕਣਕ ਦੇ ਦਾਣੇ ਤੋਂ ਪਰਹੇਜ਼ ਰੱਖਿਓ, ਉਹਨੂੰ ਮੂੰਹ ਨਾ ਲਾਇਓ, ਨਹੀਂ ਤੇ ਤੁਹਾਨੂੰ ਹੇਠਾਂ ਸੁੱਟ ਦਿੱਤਾ ਜਾਵੇਗਾ, ਬਹਿਸ਼ਤਾਂ ਤੋਂ ਹੇਠਾਂ ਧਕੇਲ ਦਿੱਤਾ ਜਾਵੇਗਾ। ਕਹਿੰਦੇ ਇੱਕ ਵਾਰ ਬਾਬੇ ਆਦਮ ਨੇ ਕਣਕ ਦਾ ਦਾਣਾ ਖਾ ਲਿਆ, ਮਨ ਵਿੱਚ ਕਾਮ ਕਿਰਿਆ ਉਪਜੀ, ਬੀਬੀ ਹਵਾ ਨੂੰ ਤੇ ਬਾਬੇ ਆਦਮ ਨੂੰ ਧਰਤੀ ਉੱਪਰ ਭੇਜ ਦਿੱਤਾ ਗਿਆ। ਇਹ ਗੁਰੂ ਖਾਲਸਾ ਜੀ ਪਹਿਲਾ ਜੋੜਾ ਸੀ ਜਿਹਦੇ ਤੋਂ ਸਾਰੇ ਸੰਸਾਰ ਦੀ ਪੈਦਾਇਸ਼ ਇਸਲਾਮੀ ਗ੍ਰੰਥਾਂ ਵਿੱਚ ਮੰਨੀ ਗਈ ਹੈ। ਭਾਈ ਨੰਦ ਲਾਲ ਜੀ ਕਹਿੰਦੇ, ਬਾਬੇ ਆਦਮ ਨੇ ਕਣਕ ਦਾ ਇੱਕੋ ਹੀ ਦਾਣਾ ਖਾਧਾ ਤੇ ਖੁਦਾ ਨੇ ਬਹਿਸ਼ਤਾਂ ਵਿੱਚੋਂ ਉਹਨੂੰ ਸੰਸਾਰ ਉੱਪਰ ਭੇਜ ਦਿੱਤਾ। ਤੇ ਬੰਦਿਆ ਤੂੰ ਪਾਪ ਕਰ ਕਰਕੇ, ਪੈਰ ਪੈਰ ਤੇ ਗੁਨਾਹ ਕਰ ਕਰਕੇ, ਗਰੀਬਾਂ ਲਾਚਾਰਾਂ ਦੇ ਮੂੰਹ ਦੇ ਵਿੱਚੋਂ ਬੁਰਕੀਆਂ ਖੋ ਖੋ ਕੇ ਉਹ ਬੁਰਕੀਆਂ ਆਪਣੇ ਤੇ ਆਪਣੇ ਬੱਚਿਆਂ ਦੇ ਮੂੰਹ ਵਿੱਚ ਦਿੰਦਾ ਏ। ਇਹ ਬੁਰਕੀ ਪਤਾ ਨਹੀਂ ਤੈਨੂੰ ਸੰਸਾਰ ਦੇ ਵਿੱਚੋਂ ਕਿਹੜੇ ਨਰਕਾਂ ਵੱਲ ਧਕੇਲ ਦਵੇ। ਬੰਦਿਆ ਰੋਟੀ ਦੇ ਟੁਕੜੇ ਵਾਸਤੇ ਪਾਪ ਕਿਉਂ ਕਰਦਾ ਏ, ਕਿਉਂ ਗੁਨਾਹ ਕਰਦਾ ਏ? ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ, ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਤੇਰੀ ਰੋਜੀ ਤੇਰੇ ਮੱਥੇ ਉੱਪਰ ਲਿਖੀ ਹੋਈ ਹੈ। ਤੈਨੂੰ ਯਕੀਨ ਕੋਈ ਕਿਉਂ ਨਹੀਂ ਆ ਰਿਹਾ? ਸੈਲ ਪੱਥਰ ਮੈਂ ਜੰਤਿਓ ਪਾਏ ਤਾ ਕਾ ਰਿਜ਼ਕ ਆਗੇ ਕਰ ਧਰਿਆ। ਰੱਬ ਨੇ ਤੇ ਪੱਥਰਾਂ ਦੇ ਵਿੱਚ ਵੀ ਜੀਵਨ ਪ੍ਰਗਟ ਕਰਕੇ ਤੇ ਉਹਨਾਂ ਦੇ ਮੂੰਹ ਦੇ ਵਿੱਚ ਰੋਜੀ ਦਿੱਤੀ ਹੋਈ ਹੈ। ਇੱਕ ਰੋਜੀ ਵਾਸਤੇ ਤੂੰ ਗੁਨਾਹ ਕਰਦਾ ਪਿਆ ਏ, ਰੋਟੀ ਦੇ ਟੁਕੜੇ ਵਾਸਤੇ ਤੂੰ ਪਾਪ ਕਰਦਾ ਪਿਆ ਏ। ਹੱਦ ਹੋ ਗਈ ਹੈ। ਨੰਦ ਲਾਲ ਜੀ ਕਹਿੰਦੇ ਤੂੰ ਸ਼ਰਮ ਕਰ, ਕਿਉਂ ਬੇਸ਼ਰਮੀ ਬੇਗੈਰਤ ਦੇ ਰਸਤੇ ਉੱਪਰ ਚੱਲ ਕਰਕੇ ਤੂੰ ਪਾਪਾਂ ਦਾ ਭਾਗੀਦਾਰ ਬਣਦਾ ਪਿਆ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ, ਸਿੱਖਾਂ ਹੱਥ ਜੋੜ ਗਰੀਬ ਨਵਾਜ ਨੂੰ ਕਹੋ ਮਹਾਰਾਜ ਬਖਸ਼ ਲੈ।
ਮੈਂ ਪੈਰ ਪੈਰ ਉੱਪਰ ਖਤੇ ਕਮਾਉਂਦਾ ਪਿਆ ਏ, ਪੈਰ ਪੈਰ ਉੱਪਰ ਗੁਨਾਹ ਕਰਦਾ ਪਿਆ ਏ। ਆਪ ਬਖਸ਼ੇਂਦੋ, ਕਿਰਪਾ ਕਰਕੇ ਬਖਸ਼ ਲਵੋ। ਪ੍ਰਭ ਜੀ ਤੂੰ ਮੇਰੋ ਠਾਕੁਰ ਨੇਰੋ। हे ਪ੍ਰਭੂ ਜੀ, ਆਪ ਜੀ ਮੇਰੇ ਠਾਕੁਰ ਹੋ ਅਤੇ ਨੇਰੋ ਕਹੀਏ ਨੇੜੇ ਹੋ। ਗੁਰੂ ਖਾਲਸਾ ਜੀ, ਦੁਨੀਆ ਦੇ ਵਿੱਚ ਆਪਣਾ ਸੁਭਾਅ ਹੈ, ਆਪਾਂ ਕਹਿੰਦੇ ਆਹ ਬੰਦਾ ਮੇਰੇ ਨੇੜੇ ਹੈ। ਪਰ ਗੁਰੂ ਖਾਲਸਾ ਜੀ ਜਦੋਂ ਔਖੀ ਘਾਟੀ ਬਣਦੀ ਹੈ ਨਾ, ਜਿੰਨੇ ਵੀ ਨੇੜਲੇ ਨੇ ਸਾਰੇ ਸੰਗ ਛੱਡ ਕੇ ਭੱਜ ਜਾਂਦੇ ਨੇ। ਇੱਕੋ ਇੱਕ ਰੱਬ ਹੈ ਜਾਂ ਇੱਕੋ ਇੱਕ ਗੁਰਦੇਵ ਪਾਤਸ਼ਾਹ ਹੈ ਜਿਹੜਾ ਬੰਦੇ ਦੇ ਦੁੱਖ ਸੁੱਖ ਵਿੱਚ ਅੰਗ ਸੰਗ ਰਹਿੰਦਾ ਹੈ। 10ਵੇਂ ਪਾਤਸ਼ਾਹ ਜੀ ਨੇ ਲਿਖਿਆ ਹੈ, ਮਹਾਰਾਜ ਕਹਿੰਦੇ ਜਿਹੜੇ ਸੰਬੰਧੀਆਂ ਉੱਪਰ ਮਾਨ ਕਰਦਾ ਏ ਨਾ, ਜਿੱਦਣ ਤਨ ਵਿੱਚੋਂ ਹੰਸ ਨਿਕਲ ਗਿਆ, ਇਹਨਾਂ ਲੋਕਾਂ ਨੇ ਤੈਨੂੰ ਪ੍ਰੇਤ ਪ੍ਰੇਤ ਕਹਿ ਕੇ ਨਕਾਰਨਾ ਹੈ। ਮਹਾਰਾਜ ਕਹਿੰਦੇ ਸੰਬੰਧੀ ਜੇਤੇ ਜਹ ਤਨ ਕੇ ਸਵਾਰਥ, ਲਾਗ ਰਹੇ ਹੋਏ ਖਰੀ, ਜਬ ਹੀ ਹੰਸ ਉੱਡਿਓ ਏ ਤਨ ਤੇ ਪ੍ਰੇਤ ਪ੍ਰੇਤ ਕਹਿ ਦੂਰ ਪਰੀ। ਆ ਜਿੰਨੇ ਤੇਰੇ ਲਾਗੇ ਲੱਗੇ ਫਿਰਦੇ ਨੇ, ਇਹ ਜਿੰਨਾ ਚਿਰ ਤੇਰਾ ਵਜੂਦ ਹੈ, ਤੇਰੇ ਕੋਲ ਧਨ ਹੈ, ਉਹਨਾਂ ਚਿਰ ਹੈ। ਜਿੱਦਣ ਹੰਸ ਉੱਡ ਗਿਆ ਉਦਣ ਇਹਨਾਂ ਲੋਕਾਂ ਨੇ ਤੈਨੂੰ ਪ੍ਰੇਤ ਕਹਿਣਾ ਹੈ। ਇਹਨਾਂ ਲੋਕਾਂ ਨੇ ਤੀਲਾ ਤੋੜ ਕੇ ਆਉਣਾ ਹੈ। ਜਤਰ ਆਇਆ ਤਤਰ ਗਛਤੀ, ਇਹਨਾਂ ਨੇ ਬੋਲ ਕਹਿਣੇ ਹੈ। ਗੁਰੂ ਖਾਲਸਾ ਜੀ, ਸਭ ਤੋਂ ਨੇੜੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਹੈ, ਜਿਹੜਾ ਦੁੱਖ ਤੇ ਸੁੱਖ ਦੇ ਵਿੱਚ ਬੰਦੇ ਦੀ ਬਾਹ ਫੜਦਾ ਹੈ। ਕਿੰਨਾ ਕੁ ਨੇੜੇ ਹੈ ਰੱਬ। ਮਹਾਰਾਜ ਗਰੀਬ ਨਵਾਜ ਕਹਿੰਦੇ, ਕਹੋ ਕਬੀਰ ਹਾਥ ਪੈ ਨੇੜੇ, ਸਹਿਜੇ ਹੋਏ ਸੋ ਹੋਈ। ਗੁਰੂ ਖਾਲਸਾ ਜੀ, ਬੰਦੇ ਦੇ ਹੱਥ ਸਾਰਿਆਂ ਨੂੰ ਨੇੜੇ ਹੈ। ਖੁਰਕ ਹੋਵੇ ਜਾਂ ਕੋਈ ਕੰਮ ਕਰਨਾ ਹੋਵੇ ਜਾਂ ਕੋਈ ਵਾਰ ਕਰੇ ਸਰੀਰ ਉੱਪਰ, ਤੇ ਹੱਥ ਦੇ ਨਾਲ ਮੁਕਾਬਲਾ ਕਰੀਦਾ ਏ। ਕਹਿੰਦੇ ਹੱਥਾਂ ਤੇ ਪੈਰਾਂ ਤੋਂ ਵੀ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇੜੇ ਹੈ। ਇਸ ਵਾਸਤੇ ਅਰਦਾਸ ਕਰੀਏ, हे ਮਹਾਰਾਜ, ਆਪ ਜੀ ਮੇਰੇ ਨੇੜਲੇ ਹੋ, ਆਪ ਜੀ ਮੇਰੀ ਲਾਜ ਪਤ ਰੱਖੋ, ਆਪ ਜੀ ਦਾ ਬਾਣਾ, ਆਪ ਜੀ ਦਾ ਨਾਮ ਧਰੀਕ ਹਾਂ, ਆਪਣੇ ਨਾਮ ਧਾਰੀਕ ਦੀ ਲਾਜ ਰੱਖੋ। ਹਰ ਚਰਨ ਸਰਨ ਮੋਹ ਚੇਰੋ। ਅਰਦਾਸ ਕਰੀਏ, ਮਹਾਰਾਜ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਹਾਂ, ਮੈਨੂੰ ਆਪਣਾ ਚੇਲਾ ਬਣਾ ਕਰਕੇ, ਆਪਣਾ ਦਾਸ ਬਣਾ ਕਰਕੇ। ਚੇਰੋ ਕਹਿੰਦੇ ਨੇ ਅਨੁਸਾਰੀ ਚੱਲਣ ਵਾਲਾ, ਆਪਣੇ ਅਨੁਸਾਰੀ ਚੱਲਣ ਵਾਲਾ ਬਣਾ ਕਰਕੇ ਨਵਾਜਣਾ ਕਰੋ। ਟਿਕਾਓ ਦੇ ਕਰਕੇ ਮਹਾਰਾਜ ਜੀ ਕਿਰਪਾ ਕਰਦੇ ਨੇ। ਬੇਸੁਮਾਰ ਬੇਅੰਤ ਸੁਆਮੀ, ਊਚੋ ਗੁਣੀ ਗਹਿਰੋ। ਸੱਚੇ ਪਾਤਸ਼ਾਹ ਜੀ, ਆਪ ਜੀ ਬੇਸ਼ੁਮਾਰ ਹੋ। ਬੇਸ਼ੁਮਾਰ ਗੁਰੂ ਖਾਲਸਾ ਜੀ ਫਾਰਸੀ ਬੋਲੀ ਦਾ ਲਫ਼ਜ਼ ਹੈ। ਸ਼ੁਮਾਰ ਦਾ ਅਰਥ ਹੁੰਦਾ ਹੈ ਗਿਣਤੀ। ਜਿਹੜਾ ਗਿਣਤੀ ਤੇ ਮਿਣਤੀ ਤੋਂ ਬੇਕਈਏ ਰਹਿਤ ਹੈ, ਉਹਨੂੰ ਗੁਰੂ ਖਾਲਸਾ ਜੀ ਬੇਸ਼ੁਮਾਰ ਕਹਿੰਦੇ ਨੇ। ਬੇਅੰਤ ਸ਼ਬਦ ਗੁਰੂ ਖਾਲਸਾ ਜੀ ਸੰਸਕ੍ਰਿਤ ਤੇ ਬ੍ਰਿਜ ਬੋਲੀ ਦਾ ਹੈ। ਬੇ ਕਹਿੰਦੇ ਆ ਬਿਨਾਂ ਨੂੰ, ਅੰਤ ਕਹਿੰਦੇ ਨੇ ਅੰਤ ਨੂੰ। ਜਿਹੜਾ ਕਿਸੇ ਵੀ ਪ੍ਰਕਾਰ ਦੇ ਅੰਤ ਤੋਂ ਰਹਿਤ ਹੈ, ਉਹਨੂੰ ਗੁਰੂ ਖਾਲਸਾ ਜੀ ਬੇਅੰਤ ਕਹਿੰਦੇ ਨੇ। ਗੁਨਾਹ ਕਰਕੇ ਅੰਤ ਨਹੀਂ, ਜੀਵਨ ਕਰਕੇ ਅੰਤ ਨਹੀਂ, ਰੋਜੀ ਰੋਟੀ ਕਰਕੇ ਜਿਹਦਾ ਕੋਈ ਅੰਤ ਨਹੀਂ। ਸੁਆਮੀ ਨਾਮ ਮਾਲਕ ਦਾ ਹੈ। ਸੰਪਰਦਾਈ ਵਿਦਵਾਨਾਂ ਨੇ ਅਰਥ ਕੀਤਾ ਹੈ, ਆਮੀ ਆਮ ਨਹੀਂ ਸੋ ਖਾਸ ਹੈ, ਉਹਨੂੰ ਗੁਰੂ ਖਾਲਸਾ ਜੀ ਸੁਆਮੀ ਕਹਿੰਦੇ ਨੇ। ਕਹਿੰਦੇ ਐ ਮੇਰੇ ਪਾਕ ਪਰਵਰਦਿਗਾਰ, ਬੇਨਤੀ ਕਰਦੇ ਐ, ਤੂੰ ਬੇਸ਼ੁਮਾਰ ਹੈ, ਤੂੰ ਬੇਅੰਤ ਹੈ, ਤੂੰ ਸੁਆਮੀ ਮਾਲਕ ਹੈ। ਮੈਂ ਤੇਰੇ ਗੁਨਾਹ ਕਰਕੇ ਤਾਂ ਨੂੰ ਵੇਖਿਆ ਤੇ ਤੇਰੇ ਜਿੱਡਾ ਉੱਚਾ ਕੋਈ ਨਹੀਂ। ਤੇਰੇ ਗੁਨਾਹ ਕਰਕੇ ਮੈਂ ਠਾਹ ਨੂੰ ਵੇਖਿਆ, ਤੇਰੇ ਜਿੰਨਾ ਡੂੰਘਾ ਕੋਈ ਨਹੀਂ। ਗੁਰੂ ਖਾਲਸਾ ਜੀ, ਸੰਸਾਰ ਦੇ ਵਿੱਚ ਆਮ ਗੱਲ ਚੱਲਦੀ ਹੈ, ਇਹ ਬੰਦਾ ਬੜਾ ਡੂੰਘਾ ਹੈ, ਭਾਵੇਂ ਡੂੰਘੀ ਸੋਚ ਦਾ ਮਾਲਕ ਹੈ, ਇਹਦੇ ਵਿੱਚ ਗੁਣ ਬੜੇ ਡੂੰਘੇ ਨੇ। ਸਾਹਿਬ ਜੀ ਕਹਿੰਦੇ ਸਿੱਖਾ ਅਰਦਾਸ ਕਰ, ਮੈਂ ਦੁਨੀਆ ਦੇ ਵਿੱਚ ਡੂੰਘੇ ਤੋਂ ਡੂੰਘੇ ਬੰਦੇ ਵੇਖੇ ਨੇ, ਪਰ ਤੇਰੇ ਜਿੰਨਾ ਡੂੰਘਾ ਕੋਈ ਨਹੀਂ ਵੇਖਿਆ।
ਜਿਨਨੇ ਤੇਰੇ ਗੁਣ ਡੂੰਘੇ ਨੇ। ਸੰਸਾਰ ਵਿੱਚ ਆਮ ਗੱਲ ਚੱਲਦੀ ਹੈ, ਬੰਦਾ ਬੜਾ ਉੱਚਾ ਹੈ, ਉੱਚੇ ਕਿਰਦਾਰ ਦਾ ਮਾਲਕ ਹੈ, ਉੱਚੀ ਅਵਸਥਾ ਦਾ ਮਾਲਕ ਹੈ। ਸਿੱਖਾ ਗਲ ਪੱਲੂ ਪਾ ਕੇ ਅਰਦਾਸ ਕਰ, ਗੁਰੂ ਜੀ ਮੈਂ ਦੁਨੀਆ ਦੇ ਵਿੱਚ ਉੱਚੀ ਸੋਚ ਦੇ ਮਾਲਕ ਬੜੇ ਵੇਖੇ ਨੇ, ਪਰ ਤੇਰੇ ਜਿੱਡਾ ਉੱਚਾ ਕੋਈ ਨਹੀਂ ਵੇਖਿਆ। ਤੂੰ ਗੁਨਾਹ ਦਾ ਖਜ਼ਾਨਾ ਏ, ਗੁਨਾਹ ਕਰਕੇ ਉੱਚਾ ਏ, ਗੁਨਾਹ ਕਰਕੇ ਨੀਵਾਂ ਏ। ਤੇਰੇ ਸਮਾਨ ਦੁਨੀਆ ਦੇ ਵਿੱਚ ਮੈਂ ਵੇਖਿਆ ਕੋਈ ਨਹੀਂ। ਹੁਣ ਮੈਂ ਹਾਰ ਕੇ ਤੇਰੀ ਸ਼ਰਨ ਵਿੱਚ ਆਇਆ ਏ, ਆਪ ਕਿਰਪਾ ਕਰਕੇ ਮੇਰੀ ਰੱਖਿਆ ਕਰ। ਕਾਟ ਸਿਲਕ ਕੀਨੋ ਆਪਨੋ ਦਾਸਰੋ, ਤੋ ਨਾਨਕ ਕਹਾ ਨਿਹੋਰੋ। ਅਰਦਾਸ ਕਰ ਸੱਚੇ ਪਾਤਸ਼ਾਹ, ਜਦੋਂ ਤੂੰ ਜਨਮ ਮਰਨ ਦੀ ਸਿਲਕ ਫਾਹੀ ਕੱਟ ਕੇ ਮੈਨੂੰ ਆਪਣਾ ਦਾਸਰਾ ਕਰ ਲਿਆ, ਤਾਂ ਮੈਨੂੰ ਫਿਰ ਦੁਨੀਆ ਦੇ ਨਿਹੋਰਿਆਂ ਦੀ ਕੀ ਲੋੜ ਰਹਿ ਜਾਵੇਗੀ। ਆਮ ਗੁਰੂ ਖਾਲਸਾ ਜੀ ਪੰਜਾਬੀ ਵਿੱਚ, ਪੇਂਡੂ ਪੰਜਾਬੀ ਵਿੱਚ ਇੱਕ ਸ਼ਬਦ ਹੈ, ਫਲਾਨਾ ਬੰਦਾ ਮੈਨੂੰ ਨੋਰੇ ਮਾਰਦਾ ਸੀ। ਨੋਰੇ ਸ਼ਬਦ ਹੈ, ਉਹਨੂੰ ਮਹਾਰਾਜ ਨੇ ਨਿਹੋਰੋ ਕਰਕੇ ਗੁਰਬਾਣੀ ਵਿੱਚ ਲਿਖਿਆ ਹੈ। ਸੱਚੇ ਪਾਤਸ਼ਾਹ, ਜਦੋਂ ਤੂੰ ਮੈਨੂੰ ਨਵਾਜ ਦਿੱਤਾ, ਮੈਨੂੰ ਦੁਨੀਆ ਦੇ ਨੋਰਿਆਂ ਦੀ ਪ੍ਰਵਾਹ ਕੋਈ ਨਹੀਂ ਰਹਿਣੀ, ਦੁਨੀਆ ਦੇ ਅਹਿਸਾਨਾਂ ਦੀ ਪ੍ਰਵਾਹ ਕੋਈ ਨਹੀਂ ਰਹਿਣੀ। ਲੱਖ ਦੁਨੀਆ ਨੋਰੇ ਮਾਰੀ ਜਾਵੇ, ਜਦੋਂ ਮੈਂ ਤੇਰਾ ਹੋ ਗਿਆ ਤੇ ਦੁਨੀਆ ਦੀ ਪ੍ਰਵਾਹ ਕਾਦੀ ਹੈ। ਇਹ ਅਰਦਾਸ ਕਰੋ। ਦਸਵੇਂ ਪਾਤਸ਼ਾਹ ਨੇ ਲਿਖਿਆ, ਐਸੋ ਸੁ ਸਾਹਿਬ ਪਾਏ ਕਹਾਂ ਪ੍ਰਵਾਹ ਰਹੀ, ਇਹ ਦਾਸ ਤਿਹਾਰੇ। ਸਾਹਿਬ ਜੀ ਤੈਨੂੰ ਪਾ ਕੇ ਤੇਰੇ ਦਾਸ ਨੂੰ ਪ੍ਰਵਾਹ ਕੋਈ ਨਹੀਂ ਰਹਿੰਦੀ। ਉਹ ਦੁਨੀਆ ਦੇ ਨੋਰਿਆਂ ਤੋਂ ਉੱਪਰ ਉੱਠ ਜਾਂਦਾ ਹੈ। ਦੁਨੀਆ ਦੇ ਨੋਰੇ ਲੱਖਾਂ ਵੱਜੀ ਜਾਣ, ਤੇਰੇ ਸੇਵਕ ਨੂੰ ਅਸਰ ਕੋਈ ਨਹੀਂ ਹੈ। ਇਹ ਅਰਦਾਸ, ਇਹ ਬਿਨੇ, ਇਹ ਬੇਨਤੀ ਆਪਣੇ ਗੁਰੂ ਚਰਨਾਂ ਵਿੱਚ ਕਰੀਏ। ਅੱਜ ਦਾ ਮੁੱਖ ਵਾਕ ਮਹਾਰਾਜ ਨੇ ਬਿਨੇ ਬੇਨਤੀ ਦੇ ਢੰਗ ਰਾਹੀਂ ਸਾਨੂੰ ਬਖਸ਼ ਕਰਕੇ ਨਿਹਾਲ ਕਰਤਾਰਥ ਕੀਤਾ ਹੈ। ਲੜੀਵਾਰ ਗੁਰੂ ਖਾਲਸਾ ਜੀ ਜੋ ਕਥਾ ਚੱਲ ਰਹੀ ਹੈ, ਮਹਾਰਾਜ ਗੁਰੂ ਸਾਹਿਬ ਜੀ ਪੰਡਤਾਂ ਨੂੰ ਉਪਦੇਸ਼ ਬਖਸ਼ ਰਹੇ ਨੇ। ਮਨ ਦੇ ਵਿਰਤਿਆਂ ਨੂੰ ਇਕਾਗਰ ਕਰਕੇ ਪਿਆਰ ਦੇ ਨਾਲ ਸਰਵਣ ਕਰੋ ਜੀ। ਵਿਨ ਨਾਮੈ ਵਿਰੋਧ ਸਰੀਰ। ਸੱਚੇ ਪਾਤਸ਼ਾਹ ਜੀ ਕਹਿੰਦੇ, ਨਾਮ ਤੋਂ ਬਿਨਾ ਜਿੰਨੇ ਵੀ ਆ ਸਰੀਰ ਨੇ ਵਿਰੋਧੀ ਹੋ ਜਾਂਦੇ ਨੇ। ਗੁਰੂ ਖਾਲਸਾ ਜੀ, ਆਪਾਂ ਨੂੰ ਸਰੀਰਾਂ ਦਾ ਮਾਣ ਹੁੰਦਾ ਹੈ ਨਾ, ਵੀ ਮੇਰੇ ਮਗਰ ਤੇ ਇੰਨੇ ਬੰਦੇ ਨੇ, ਮੈਨੂੰ ਕਾਹਦੀ ਪ੍ਰਵਾਹ ਏ। ਨਾਮ ਨਹੀਂ ਨਾ ਜਪਿਆ। ਗੁਰੂ ਖਾਲਸਾ ਜੀ, ਔਖਾ ਵੇਲਾ ਆਇਆ, ਸਾਰੇ ਸਰੀਰਾਂ ਨੇ ਤੁਹਾਡੇ ਵਿਰੋਧੀ ਹੋ ਕੇ ਖਲੋ ਜਾਣਾ ਹੈ। ਜਿੱਦਣ ਬਿਪਤਾ ਬਣੀ ਤੁਹਾਡੇ ਉੱਪਰ, ਕਿਸੇ ਨੇ ਤੁਹਾਡੀ ਬਾਹ ਨਹੀਂ ਜੇ ਫੜਨੀ। ਸੰਸਾਰੀ ਤਾਲੇ ਉੱਪਰ ਵੇਖ ਲਿਓ, ਤੁਹਾਡੇ ਫੋਨ ਚੁੱਕਣੇ ਵੀ ਤੁਹਾਡੇ ਪ੍ਰੇਮੀਆਂ ਨੇ ਬੰਦ ਕਰ ਦੇਣੀ ਹੈ। ਤੁਹਾਡੇ ਸੁਨੇਹਿਆਂ ਨੂੰ ਵੀ ਦਰ ਨਜ਼ਰ ਅੰਦਾਜ਼ ਕਰ ਦੇਣਾ ਹੈ ਉਹਨਾਂ ਨੂੰ। ਇੱਕ ਨਾਮ ਹੀ ਹੈ ਗੁਰੂ ਖਾਲਸਾ ਜੀ, ਜਿਹੜਾ ਬੰਦੇ ਦੀ ਔਖੇ ਤੇ ਸੌਖੇ ਵੇਲੇ ਬਾਹ ਫੜਦਾ ਹੈ। ਨਾਮ ਇੱਕ ਇਹੋ ਜੀ ਚੀਜ਼ ਹੈ। ਸਾਹਿਬ ਜੀ ਕਹਿੰਦੇ ਨੇ, ਨਾਮ ਤੋਂ ਬਿਨਾ ਇਹ ਬਾਹਰੀ ਸਰੀਰ ਵੀ ਵਿਰੋਧੀ ਨੇ, ਆਪਣਾ ਸਰੀਰ ਵੀ ਵਿਰੋਧੀ ਹੋ ਜਾਂਦਾ ਜੀ। ਜੇ ਨਾਮ ਨਹੀਂ ਨਾ ਜਪਿਆ, ਕਈ ਵਾਰ ਗੁਰੂ ਖਾਲਸਾ ਜੀ ਆਪਣੀ ਦੇਹ ਵੀ ਰੋਗੀ ਹੋ ਕੇ ਸੰਗ ਸਾਥ ਛੱਡ ਜਾਂਦੀ ਹੈ। ਕਿਉ ਨਾ ਮਿਲਹਿ ਕਾਟਹਿ ਮਨ ਪੀਰ। ਸੱਚੇ ਪਾਤਸ਼ਾਹ ਜੀ ਕਹਿੰਦੇ, ਤੂੰ ਕਿਉਂ ਨਹੀਂ ਮਿਲਦਾ ਉਸ ਗੁਰਦੇਵ ਪਾਤਸ਼ਾਹ ਦੇ ਨਾਲ, ਜਿਹੜਾ ਮਨ ਦੀ ਪੀੜਾ ਨੂੰ ਕੱਟ ਦਿੰਦਾ ਹੈ ਨਾਮ ਦੀ ਦਵਾਈ ਦੇ ਕਰਕੇ। ਸੱਚੇ ਪਾਤਸ਼ਾਹ ਦੀ ਬਾਣੀ 'ਚ ਲਿਖਿਆ, ਮੇਰਾ ਵੈਦ ਗੁਰੂ ਗੋਬਿੰਦਾ, ਮੇਰਾ ਵੈਦ ਹੈ ਮੇਰਾ ਗੁਰਦੇਵ ਪਾਤਸ਼ਾਹ। ਉਹ ਨਾਮ ਦੀ ਦਵਾਈ ਦਿੰਦਾ ਏ ਤੇ ਸਾਰੇ ਹੀ ਦੁੱਖ ਦੂਰ ਕਰ ਦਿੰਦਾ ਹੈ। ਗੁਰੂ ਖਾਲਸਾ ਜੀ ਇੱਕ ਵਿਦਵਾਨ ਹੋਏ ਨੇ, ਪੰਡਿਤ ਨਿਹਾਲ ਸਿੰਘ ਜੀ ਸੋਲਾਂ ਵਾਲੇ। ਉਹਨਾਂ ਨੇ ਗੁਰੂ ਖਾਲਸਾ ਜੀ ਬੜੇ ਅਦਭੁਤ ਗ੍ਰੰਥ ਲਿਖੇ ਨੇ। ਇੱਕ ਉਹਨਾਂ ਨੇ ਗ੍ਰੰਥ ਲਿਖਿਆ ਹੈ ਨਿਰਮਲ ਪ੍ਰਭਾਕਰ, ਤੇ ਇੱਕ ਲਿਖਿਆ ਹੈ ਸਿੱਖੀ ਪ੍ਰਭਾਕਰ।
ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਦੀ ਮਹਿਮਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਮਹਿਮਾ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਮਹਿਮਾ, ਗੁਰੂ ਗ੍ਰੰਥ ਸਾਹਿਬ ਜੀ ਦੀ ਮਹਿਮਾ, ਸੱਚੇ ਪਾਤਸ਼ਾਹ ਜੀ ਦੇ ਪਾਠ ਦੀ ਮਰਿਆਦਾ ਉਹਨਾਂ ਮਹਾਂਪੁਰਖਾਂ ਨੇ ਕਾਬਲੇ ਤਾਰੀਫ ਲਿਖੀ ਹੈ। ਇੱਕ ਉਹਨਾਂ ਦਾ ਗ੍ਰੰਥ ਹੈ ਦੋਹਰਾ ਵਿਧਾਵਲੀ, ਇੱਕ ਗ੍ਰੰਥ ਜੇ ਕਬਿਤ ਵਿਧਾਵਲੀ, ਤੇ ਇੱਕ ਉਹਨਾਂ ਨੇ ਗੁਰੂ ਖਾਲਸਾ ਜੀ ਜਾਪ ਸਾਹਿਬ ਦਾ ਟੀਕਾ ਕੀਤਾ ਇਹ 1200 ਕੁਝ ਪੰਨਿਆਂ ਦਾ। ਸੱਚਖੰਡ ਸ੍ਰੀ ਹਜੂਰ ਸਾਹਿਬ ਗਏ, ਗੁਰੂ ਕਲਗੀਧਰ ਦੇ ਦਰਬਾਰ ਦੇ ਦੀਦਾਰ ਕਰਨ ਤੁਰੇ ਜਾਂਦੇ ਨੇ, ਮਨ ਵਿੱਚ ਭਾਵਨਾ ਆਈ ਵੀ ਪੰਜਾਬੋਂ ਆਇਆ ਏ ਤੇ ਮਹਾਰਾਜ ਪੁੱਛਣਗੇ ਵੀ ਤੂੰ ਕੀ ਲੈ ਕੇ ਆਇਆ ਏ ਮੇਰੇ ਵਾਸਤੇ। ਗੁਰੂ ਦੇ ਕੋਲ ਜਾਈਏ ਤੇ ਕੁਝ ਨਾ ਕੁਝ ਭੇਟਾ ਵੀ ਲੈ ਕੇ ਜਾਈਦੀ ਹੈ। ਗੁਰੂ ਜੀ ਪੁੱਛਣਗੇ ਨਿਹਾਲ ਸਿਆਂ ਪੰਜਾਬੋਂ ਆਇਆ ਏ, ਕੀ ਭੇਟਾ ਲੈ ਕੇ ਆਇਆ ਏ? ਮਨ ਵਿੱਚ ਸੋਚਿਆ ਵੀ ਮਹਾਰਾਜ ਨੇ ਵਿਦਿਆ ਬਖਸ਼ੀ ਹੈ, ਹੋਵੇ ਨਾ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੀ ਕੋਈ ਪੋਥੀ ਲਿਖੀ। ਮਨ ਵਿੱਚ ਭਾਵਨਾ ਕੀਤੀ, 6 ਮਹੀਨੇ ਦਾ ਟਾਈਮ ਲਾ ਕੇ ਉਹਨਾਂ ਨੇ ਜਾਪ ਸਾਹਿਬ ਦਾ ਟੀਕਾ ਲਿਖਿਆ। ਗੁਰੂ ਖਾਲਸਾ ਜੀ ਜਿੱਦਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੁਰਾਣੇ ਭਾਗ ਹੁੰਦੇ ਸੀ ਨਾ, ਏਡਾ 1200 ਕੁਝ ਸਫ਼ਿਆਂ ਦਾ ਸਭ ਤੋਂ ਵੱਡ ਆਕਾਰੀ ਉਹਨਾਂ ਦਾ ਲਿਖਿਆ ਹੋਇਆ ਜਾਪ ਸਾਹਿਬ ਦਾ ਟੀਕਾ ਹੈ। ਲਿਖ ਕੇ ਗੁਰੂ ਕਲਗੀਧਰ ਦੇ ਚਰਨਾਂ ਵਿੱਚ ਸਿੱਖ ਨੇ ਭੇਟਾ ਅਰਪਣ ਕੀਤੀ। ਮਹਾਰਾਜ ਤੇਰਾ ਸਿੱਖ ਆਇਆ ਹੈ ਤੇ ਤੇਰੇ ਚਰਨਾਂ ਵਿੱਚ ਭੇਟਾ ਹੈ, ਪ੍ਰਵਾਨ ਕਰੀ, ਹੋਰ ਬਲ ਤੇ ਬੁੱਧੀ ਬਖਸ਼ੀ, ਮੈਂ ਤੇਰੀ ਬਾਣੀ ਦੇ ਬੇਅੰਤ ਟੀਕੇ ਲਿਖਾਂ, ਸਿੱਖੀ ਦਾ ਪ੍ਰਚਾਰ ਕਰਾਂ, ਜੋ ਮੈਨੂੰ ਵਿਦਿਆ ਦਿੱਤੀ ਹੈ ਮੈਂ ਅੱਗੇ ਤੋਂ ਅੱਗੇ ਵੰਡਾਂ। ਗੁਰੂ ਖਾਲਸਾ ਜੀ ਉਹਨਾਂ ਨੇ ਸਿੱਖੀ ਦੇ ਪ੍ਰਚਾਰ ਹਿਤ ਬਾ ਕਮਾਲ ਗੁਰਬਾਣੀ ਦੇ ਟੀਕੇ ਕੀਤੇ, ਗੁਰਬਾਣੀ ਨੂੰ ਸਮਝਣ ਵਾਲੇ ਪੋਥੀਆਂ ਗ੍ਰੰਥ ਲਿਖੇ। ਸੱਚਖੰਡ ਹਜੂਰ ਸਾਹਿਬ ਦੇ ਦਰਸ਼ਨ ਕਰਕੇ ਉਹਨਾਂ ਸੋਚਿਆ ਵੀ ਮੁੰਬਈ ਨੇੜੇ ਹੈ ਤੇ ਉੱਥੇ ਵੀ ਆਪਾਂ ਸੈਰ ਕਰ ਜਾਈਏ, ਜਾਂ ਉੱਥੇ ਸਿੱਖੀ ਦਾ ਪ੍ਰਚਾਰ ਕਰ ਜਾਈਏ, ਜਾਂ ਲੋਕਾਂ ਦੇ ਨਾਲ ਸੰਗਤਾਂ ਦੇ ਨਾਲ ਮਿਲਵਰਤਨ ਕਰ ਆਈਏ। ਮਨ ਵਿੱਚ ਇਹੋ ਜਿਹਾ ਭਾਵ ਰੱਖ ਕਰਕੇ ਬਾਬਾ ਨਿਹਾਲ ਸਿੰਘ ਜੀ ਗੁਰੂ ਖਾਲਸਾ ਜੀ ਮੁੰਬਈ ਗਏ। ਮੁੰਬਈ ਸਮੁੰਦਰ ਦੇ ਕਿਨਾਰੇ ਦੇ ਉੱਪਰ ਉਹਨਾਂ ਨੇ ਆਸਣ ਕੀਤਾ। ਗੁਰੂ ਖਾਲਸਾ ਜੀ ਉੱਥੇ ਵੇਖਿਆ ਇੱਕ ਸਾਧੂ ਤੁਰਿਆ ਆਉਂਦਾ ਹੈ। ਉਹਨੇ ਗੁਰੂ ਖਾਲਸਾ ਜੀ ਆਪਣਾ ਸਰੀਰ ਢੱਕਿਆ ਹੋਇਆ ਹੈ, ਐ ਬੁੱਕਲ ਮਾਰੀ ਹੋਈ ਹੈ। ਬਾਬਾ ਨਿਹਾਲ ਸਿੰਘ ਜੀ ਨੇ ਵੇਖਿਆ ਵੀ ਸਾਡੇ ਮਹਿਕਮੇ ਦਾ ਬੰਦਾ ਜਾਪਦਾ ਏ, ਇਹਨਾਂ ਨੂੰ ਪੁੱਛੀਏ ਵੀ ਇਹ ਕੌਣ ਨੇ ਜਾਂ ਕਿੱਧਰ ਤੁਰੇ ਜਾਂਦੇ ਨੇ। ਜਿਵੇਂ ਗੁਰੂ ਕਾ ਸਿੱਖ ਗੁਰੂ ਕੇ ਸਿੱਖ ਨੂੰ ਬੁਲਾ ਲੈਂਦਾ ਏ ਕਿ ਗੁਰੂ ਦੇ ਬਚਨ ਕਰਾਂਗੇ ਤੇ ਆਪਣਾ ਜਨਮ ਸਫਲਾ ਹੋਵੇਗਾ। ਪੁੱਛਿਆ ਵੀ ਆਪ ਜੀ ਸੰਤ ਜੀ ਕਿੱਧਰ ਤੁਰੇ ਜਾਂਦੇ ਹੋ? ਉਹਨੇ ਕਿਹਾ ਜੀ ਮੇਰੇ ਕੋਲੋਂ ਕੋਈ ਉਪਦਰਵ ਹੋ ਗਿਆ, ਇਹ ਬਹੁਤ ਭੈੜਾ, ਉਹਦੀ ਸਜ਼ਾ ਮਿਲੀ ਹੈ ਵੀ ਮੇਰੇ ਸਰੀਰ ਦੇ ਉੱਪਰ ਕੋੜ ਦਾ ਰੋਗ ਪ੍ਰਗਟ ਹੋ ਗਿਆ ਹੈ, ਮੇਰਾ ਸਰੀਰ ਕੋੜੀ ਹੋ ਗਿਆ ਹੈ। ਬੜੇ ਮੈਂ ਇਲਾਜ ਕਰਾਏ ਪਰ ਕਿਤਿਓਂ ਇਲਾਜ ਨਹੀਂ ਆਇਆ। ਵੱਡੇ ਤੋਂ ਵੱਡੇ ਡਾਕਟਰ ਨੂੰ ਵੀ ਵਿਖਾਇਆ ਏ, ਸਾਰਿਆਂ ਨੇ ਜਵਾਬ ਦੇ ਦਿੱਤਾ ਏ, ਬੋ ਇੰਨੀ ਆਉਂਦੀ ਹੈ ਦੁਰਗੰਧੀ ਵੀ ਕੋਈ ਕੋਲ ਬੈਠਣ ਨਹੀਂ ਦਿੰਦਾ, ਬੁਰਾ ਹਾਲ ਹੈ। ਮੈਂ ਸੋਚਿਆ ਵੀ ਸਮੁੰਦਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਲੈਣਾ ਹੈ। ਬਾਬਾ ਨਿਹਾਲ ਸਿੰਘ ਜੀ ਨੇ ਆਖਿਆ ਜੀਵਨ ਲੀਲਾ ਖਤਮ ਕਰਨ ਦਾ ਤੇ ਕਿਸੇ ਨੂੰ ਵੀ ਗੁਰੂ ਨੇ ਹੱਕ ਨਹੀਂ ਦਿੱਤਾ। ਤੁਸੀਂ ਸੰਤ ਹੋ, ਜੇ ਸੰਤ ਪਹਿਰਾਵੇ ਵਾਲੇ ਇਸ ਪਾਸੇ ਨੂੰ ਚੱਲ ਪਏ ਦੂਜਿਆਂ ਦਾ ਕੀ ਹਾਲ ਹੋਵੇਗਾ। ਦਵਾਈਆਂ ਖਾ ਕੇ ਵੇਖ ਲਈਆਂ ਨੇ, ਇਲਾਜ ਕਰਵਾ ਕੇ ਵੇਖ ਲਿਆ ਏ, ਡਾਕਟਰ ਹਸਪਤਾਲ ਫਰੋਲ ਕੇ ਵੇਖ ਲਏ ਨੇ। ਇੱਕ ਵਾਰੀ ਮੇਰੇ ਗੁਰਦੇਵ ਦੇ ਹਸਪਤਾਲ ਵੀ ਜਾ ਕੇ ਵੇਖੋ, ਮੇਰੇ ਗੁਰੂ ਗੋਬਿੰਦ ਸਿੰਘ ਦੇ ਹਸਪਤਾਲ ਦੇ ਵਿੱਚੋਂ ਇਲਾਜ ਕਰਾਵੋ, ਸੱਚੇ ਪਾਤਸ਼ਾਹ ਦੀ ਕਿਰਪਾ ਹੋਵੇਗੀ, ਤੁਹਾਡਾ ਰੋਗ ਖੰਡਿਆ ਜਾਵੇਗਾ। ਮਨ ਵਿੱਚ ਗੁਰੂ ਖਾਲਸਾ ਜੀ ਭਾਵਨਾ ਜੀ ਜਾਗੀ।
ਜਦੋਂ ਬੰਦੇ ਦੀ ਕਿਤੇੋਂ ਪੂਰੀ ਨਾ ਪਵੇ, ਜੀਵਨ ਵਿੱਚ ਆਸਾ ਦੀ ਕਿਰਨ ਆਵੇ, ਗੁਰੂ ਖਾਲਸਾ ਜੀ ਮਨ ਵਿੱਚ ਭਾਵਨਾ ਜਾਗ ਪੈਂਦੀ ਹੈ, ਮਨ ਵਿੱਚ ਉਤਸ਼ਾਹ ਦੀ ਕਿਰਨ ਉੱਠ ਪੈਂਦੀ ਹੈ। ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੂੰ ਤੁਰ ਪਿਆ। ਗੁਰੂ ਖਾਲਸਾ ਜੀ, ਬਾਬਾ ਨਿਹਾਲ ਸਿੰਘ ਜੀ ਨੇ ਪੁੱਛਿਆ ਵੀ ਤੂੰ ਪੰਜਾਬੀ ਗੁਰਮੁਖੀ ਜਾਣਦਾ ਹੈ? ਉਹ ਸੰਤ ਕਹਿਣ ਲੱਗਾ ਮੈਂ ਪੰਜਾਬ ਤੋਂ ਹੈ, ਗੁਰਬਾਣੀ ਦਾ ਪਾਠ ਕਰ ਲੈਣਾ ਹੈ। ਉਹਨਾਂ ਨੇ ਹੁਕਮ ਕੀਤਾ ਜਾਪ ਸਾਹਿਬ ਦਾ ਪਾਠ ਕਰਿਆ ਕਰ, ਤੇਰੇ ਉੱਪਰ ਗੁਰਾਂ ਦੀ ਕਿਰਪਾ ਹੋਵੇਗੀ। ਜਦੋਂ ਗੁਰੂ ਖਾਲਸਾ ਜੀ ਤਖਤ ਸਾਹਿਬ ਤੇ ਪਹੁੰਚਿਆ, ਉੱਥੋਂ ਦੇ ਸੇਵਾਦਾਰਾਂ ਨੇ ਆਖਿਆ ਤੇਰੇ ਸਰੀਰ ਵਿੱਚ ਦੁਰਗੰਧੀ ਆਉਂਦੀ ਹੈ, ਤੂੰ ਅੰਦਰ ਨਹੀਂ ਬੈਠ ਸਕਦਾ, ਕਿਉਂਕਿ ਗੁਰੂ ਕੇ ਦਰਬਾਰ ਦਾ ਮਾਹੌਲ ਵਿਗੜ ਜਾਵੇਗਾ। ਗੁਰੂ ਖਾਲਸਾ ਜੀ ਜਿੱਥੇ ਡਿਓੜੀ ਸੀ ਪੁਰਾਤਨ, ਉੱਥੇ ਬੈਠ ਗਿਆ। ਨਾਲੇ ਤੇ ਸੰਗਤਾਂ ਦੇ ਚਰਨਾਂ ਦੀ ਧੂੜ ਜੋੜੇ ਝਾੜੀ ਜਾਣੇ, ਨਾਲੇ ਜਾਪ ਸਾਹਿਬ ਪੜ੍ਹੀ ਜਾਣਾ। ਪੜ੍ਹਦਿਆਂ ਪੜ੍ਹਦਿਆਂ ਗੁਰੂ ਖਾਲਸਾ ਜੀ 1-2 ਮਹੀਨੇ ਬਤੀਤ ਹੋਏ, ਉਹਦਾ ਕੋਹੜ ਦਾ ਰੋਗ ਮਿਟਣਾ ਦੂਰ ਹੋ ਗਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। 2-4 ਮਹੀਨਿਆਂ ਦੇ ਵਿੱਚ ਹੋਰ ਕਿਰਪਾ, 6 ਮਹੀਨਿਆਂ ਦੇ ਵਿੱਚ ਐਸੀ ਗੁਰਾਂ ਦੀ ਕਿਰਪਾ ਹੋਈ, ਉਹਦੀ ਦੇਹ ਕੰਚਨ ਵਰਗੀ ਹੋ ਗਈ। ਬਾਣੀ ਵਿੱਚ ਲਿਖਿਆ ਮੇਰਾ ਬੈਦ ਗੁਰੂ ਗੋਬਿੰਦਾ। ਗੁਰੂ ਗੋਬਿੰਦ ਸਿੰਘ ਸਾਹਿਬ ਵਰਗਾ ਗੁਰੂ ਖਾਲਸਾ ਜੀ ਦੁਨੀਆ ਦੇ ਉੱਪਰ ਬੈਦ ਕੋਈ ਨਹੀਂ ਜੀ। ਗੁਰੂ ਰਾਮਦਾਸ ਵਰਗਾ ਕੋਈ ਬੈਦ ਕੋਈ ਨਹੀਂ ਹੈ। ਇੱਥੇ ਨਿਹਚਾ ਦੇ ਨਾਲ, ਭਾਵਨਾ ਦੇ ਨਾਲ ਕੋਈ ਗੁਰਬਾਣੀ, ਕੋਈ ਇਸ਼ਨਾਨ ਕਰਕੇ ਵੇਖੇ, ਗੁਰਬਾਣੀ ਪੜ੍ਹ ਕੇ ਵੇਖੇ, ਸੱਚੇ ਪਾਤਸ਼ਾਹ ਦੀ ਕਿਰਪਾ ਹੁੰਦੀ ਹੈ। ਮਹਾਰਾਜ ਕਹਿੰਦੇ ਜਦੋਂ ਸੰਸਾਰੀ ਬੰਦੇ ਝੂਠੇ ਨੇ, ਤੂੰ ਐਸੇ ਗੁਰਦੇਵ ਦੇ ਚਰਨਾਂ ਵਿੱਚ ਕਿਉਂ ਨਹੀਂ ਜਾਂਦਾ ਜਿਹੜਾ ਤਨ ਮਨ ਦੀ ਪੀੜਾ ਨੂੰ ਕੱਟ ਦਿੰਦਾ ਹੈ। ਵਾਟ ਵਟਾਊ ਆਵੇ ਜਾਏ, ਵਟਾਊ ਮੁਸਾਫਰ ਬਣ ਕੇ ਜਨਮ ਮਰਨ ਦੇ ਰਸਤੇ ਉੱਪਰ ਤੂੰ ਆਉਂਦਾ ਤੇ ਜਾਂਦਾ ਪਿਆ ਏ। ਪਿਆਲੇ ਆਇਆ ਕਿਆ ਪੱਲੇ ਪਾਏ, ਬੰਦਿਆ ਸੰਸਾਰ ਦੇ ਉੱਪਰ ਕੀ ਲੈ ਕੇ ਆਇਆ ਤੇ ਕੀ ਲੈ ਕੇ ਜਾਣਾ ਏ। ਬਿਨ ਨਾਮੈ ਟੋਟਾ ਸਭ ਥਾਏ, ਨਾਮ ਤੋਂ ਬਿਨਾ ਕੋਈ ਵੀ ਕੰਮ ਕਰ ਲਾ, ਸਭ ਥਾਵਾਂ ਤੇ ਘਾਟੇ ਹੀ ਘਾਟੇ ਨੇ। ਲਾਹਾ ਮਿਲੈ ਜਾ ਦੇ 부ਝਾਏ, ਜਿਹਨੂੰ ਬੁਝਾ ਦਵੇ ਕਿ ਨਾਮ ਜਪਣ ਨਾਲ ਹੀ ਲਾਭ ਮਿਲਣਾ ਏ, ਉਹਨੂੰ ਹਰੇਕ ਕਿੱਤੇ ਖਿੱਤੇ ਵਿੱਚੋਂ ਲਾਭ ਪ੍ਰਾਪਤ ਹੁੰਦਾ ਏ। ਵਨਜ ਵਪਾਰ ਵਨਜ ਵਪਾਰੀ, ਦੇਵੀ ਦੇਵਤਿਆਂ ਦੀ ਉਪਾਸਨਾ ਕਰਨੀ, ਐਸਾ ਵਪਾਰੀ ਵਣਜ ਕਰਦਾ ਹੈ ਉਪਾਸਨਾ ਰੂਪੀ। ਬਿਨ ਨਾਮੈ ਕੈਸੀ ਪਤ ਸਾਰੀ, ਨਾਮ ਤੋਂ ਬਿਨਾ ਕਿਵੇਂ ਗੁਰੂ ਖਾਲਸਾ ਜੀ ਤੁਹਾਡੀ ਇੱਜ਼ਤ ਸਰੇਗੀ, ਭਾਵ ਇੱਜ਼ਤ ਬਰਕਰਾਰ ਰਹੇਗੀ। ਨਾਮ ਤੋਂ ਬਿਨਾ ਤੁਹਾਡੀ ਇੱਜ਼ਤ ਦਾ ਰਾਖਾ ਕੋਈ ਨਹੀਂ। ਇਸ ਲਈ ਨਾਮ ਜਪੋ, ਵੰਡ ਕੇ ਛਕੋ, ਕਿਰਤ ਕਰੋ। ਸੱਚੇ ਪਾਤਸ਼ਾਹ ਜੀ ਦੇ ਇਸ ਸੰਦਰਭ ਨੂੰ ਸਮਝੀਏ ਔਰ ਖੰਡੇ ਬਾਟੇ ਦੀ ਪੌਲ ਛਕ ਕਰਕੇ ਗੁਰੂ ਵਾਲੇ ਬਣ ਕੇ ਸੱਚੇ ਪਾਤਸ਼ਾਹ ਜੀ ਦੇ ਦਰ ਤੋਂ ਖੁਸ਼ੀਆਂ ਪ੍ਰਾਪਤ ਕਰੀਏ। ਦਾਸ ਸ਼੍ਰੀ ਮਿਸਲ ਸ਼ਹੀਦਾਂ ਤਰਨਾ ਦਲ ਸ਼੍ਰੀ ਬਾਬਾ ਬਕਾਲਾ ਸਾਹਿਬ ਦੇ 15ਵੇਂ ਜਰਨੈਲ ਸਿੰਘ ਸਾਹਿਬ ਜਥੇਦਾਰ ਬਾਬਾ ਗਜਨ ਸਿੰਘ ਜੀ ਔਰ ਸੰਤ ਬਾਬਾ ਗੁਰਦੇਵ ਸਿੰਘ ਜੀ, ਉਹਨਾਂ ਮਹਾਂਪੁਰਖਾਂ ਵੱਲੋਂ ਸਿੰਘ ਸਾਹਿਬ ਜਥੇਦਾਰ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਔਰ ਸਮੁੱਚੀ ਪ੍ਰਬੰਧਕ ਕਮੇਟੀ, ਪ੍ਰਧਾਨ ਸਾਹਿਬ ਜੀ, ਮੈਂਬਰ ਸਾਹਿਬ ਜੀ, ਸਾਰਿਆਂ ਦਾ ਧੰਨਵਾਦ। ਔਰ ਸਭ ਤੋਂ ਵਧੇਕ ਗੁਰੂ ਗ੍ਰੰਥ ਸਾਹਿਬ ਜੀ, ਆਪ ਗੁਰੂ ਕੀ ਸੰਗਤ ਦਾ ਧੰਨਵਾਦ, ਜਿਨ੍ਹਾਂ ਨੇ ਆਪਣੇ ਚਰਨਾਂ ਵਿੱਚ ਬੈਠ ਕਰਕੇ ਸਤਿਗੁਰੂ ਸਾਹਿਬ ਜੀ ਦੇ ਮੁਬਾਰਕ ਬਚਨ ਕਰਨ ਦਾ ਬਲ, ਉਦਮ, ਉਤਸ਼ਾਹ ਬਖਸ਼ ਕਰਕੇ ਨਿਹਾਲ ਕਰਤਾਰਥ ਕੀਤਾ ਹੈ। ਕਿਰਪਾ ਕਰਿਓ ਸੱਚੇ ਪਾਤਸ਼ਾਹ ਜੀ ਇਹ ਤਨ ਤੋਂ ਇਸੇ ਤਰ੍ਹਾਂ ਹੀ ਸੇਵਾ ਲੈਂਦੇ ਰਹਿਣ। ਇਦਾਂ ਹੀ ਗੁਰੂ ਖਾਲਸਾ ਜੀ ਮਹਾਰਾਜ ਕਥਾ ਕਰਨ ਦੇ ਬਲ, ਉਦਮ, ਉਤਸ਼ਾਹ ਬਖਸ਼ ਕੇ ਨਿਹਾਲ ਕਰਤਾਰਥ ਕਰਨ। ਮੇਰੇ ਵਰਗੇ ਕਈ ਕੀੜੇ ਰੁਲਦੇ ਫਿਰਦੇ ਨੇ, ਮੈਂ ਵੀ ਉਹਨਾਂ ਕੀੜਿਆਂ ਵਿੱਚੋਂ ਇੱਕ ਕੀੜੇ ਨੇ ਆਈ, ਪਰ ਸਾਹਿਬ ਜੀ ਨੇ ਕਿਰਪਾ ਕਰਕੇ ਆਪ ਸੰਗਤ ਦੇ ਦਰਸ਼ਨ ਕਰਨ ਦਾ ਮਾਣ ਬਖਸ਼ਿਆ ਹੈ।
ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ। ਧੰਨਵਾਦ ਹੈ। ਹੋਈ ਭੁੱਲ ਚੁੱਕ ਦੀ ਖਿਮਾ ਜੀ। ਵਿਨ ਨਾਵੈ ਟੋਟਾ ਸਭ ਥਾਏ, ਲਾਹਾ ਮਿਲੈ ਜਾ ਦੇ 부ਝਾਏ। ਵਨਜ ਵਪਾਰ ਵਨਜ ਵਪਾਰੀ, ਵਿਨ ਨਾਵੈ ਕੈਸੀ ਪਤ ਸਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।